ਦੇਸ਼ਾਂ ਵਿਦੇਸ਼ਾਂ ਦੇ ਸਾਰੇ ਦਰਸ਼ਕਾਂ ਦਾ ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦਾ। ਪਿਆਰੇ ਦਰਸ਼ਕੋ, ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਨਾਨਕ ਮੱਤਾ ਸਾਹਿਬ ਜੀ ਦਾ ਜਿਹੜਾ ਵਿਵਾਦ ਹੈ ਉਹ ਸੁਲਝਣ ਤੇ ਨਹੀਂ ਆ ਰਿਹਾ। ਤੁਸੀਂ ਦੇਖ ਹੀ ਰਹੇ ਹੋ, ਅਸੀਂ ਹਰ ਅਪਡੇਟ ਪਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ ਸਾਡੇ ਤੋਂ ਆਰੋਪ ਬੜੇ ਜਾ ਰਹੇ ਨੇ ਕਿ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਮੱਤਾ ਸਾਹਿਬ ਦੀ ਜਿਹੜੀ ਛਵੀ ਹੈ ਉਹ ਖਰਾਬ ਕਰ ਰਹੇ ਹਾਂ। ਲੇਕਿਨ ਆਮ ਸੰਗਤ ਦੇ ਸਾਨੂੰ ਸਵਾਲ ਆਉਂਦੇ ਨੇ, ਕਿਉਂਕਿ ਸ਼ੁਰੂ ਤੋਂ ਹੀ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਮੱਤਾ ਸਾਹਿਬ ਦੀ ਇੱਕ ਐਕਟੀਵਿਟੀ ਜਿਹੜੀ ਹੈ, ਇੱਕ ਖਬਰ ਜਿਹੜੀ ਹੈ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਨਵਾਂ ਵਿਵਾਦ ਕੀ ਹੈ? ਸਿੱਖਿਆ ਸਮਿਤੀ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਵਿਵਾਦ ਤੇ ਚੱਲ ਹੀ ਰਿਹਾ, ਨਹੀਂ ਸਹਿਮਤੀ ਬਣ ਪਾ ਰਹੀ, ਜਿਹਦਾ ਖਾਮਿਆਜਾ ਭੁਗਤਣਾ ਪਿਆ ਹੈ ਆਮ ਸੰਗਤ ਨੂੰ। ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਹੈ, ਅਜੇ ਵੀ ਨੁਕਸਾਨ ਜਿਹੜਾ ਹੈ ਬਦਸਤੂਰ ਜਾਰੀ ਹੈ। ਇੱਕ ਆਸ ਜੱਗੀ ਸੀ ਨਵੀਂ ਕਮੇਟੀ ਜਿਹੜੀ ਬਣੀ ਹੈ ਉਹਦੇ ਨਾਲ ਜਿਹੜਾ ਸੰਗਤ ਦਾ ਨੁਕਸਾਨ ਹੋ ਰਿਹਾ ਹੈ ਉਹਦੇ ਉੱਤੇ ਵਿਰਾਮ ਲੱਗੇਗਾ। ਲੇਕਿਨ ਅਜੇ ਤੱਕ ਸਾਡੇ ਕੋਲ ਕੋਈ ਐਸਾ ਪੋਜ਼ਿਟਿਵ ਮੈਸੇਜ ਨਹੀਂ ਹੈ ਜਿਹਦੇ ਕਰਕੇ ਆਮ ਸੰਗਤ ਨੂੰ ਵਿਸ਼ਵਾਸ ਹੋ ਸਕੇ ਕਿ ਉਹਦੇ ਉੱਤੇ ਵਿਰਾਮ ਲੱਗੇਗਾ, ਜਿਹੜਾ 6 ਲੱਖ ਦੇ ਕਰੀਬ ਸਾਡਾ ਨੁਕਸਾਨ ਹੋ ਰਿਹਾ ਹੈ। ਇੱਕ ਹੋਰ ਨਵਾਂ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ ਕਿ ਉਹਦਾ ਨਵੀਨੀਕਰਨ ਵੀ ਨਹੀਂ ਹੋ ਪਾ ਰਿਹਾ। ਨਵੀਨੀਕਰਨ ਜਿਹੜਾ ਰੀਨਿਊਅਲ ਹੋਣਾ ਹੈ ਉਹਦੇ ਵਿੱਚ ਵੀ ਪ੍ਰੋਬਲਮ ਹੈ। ਕਈ ਡਾਇਰੈਕਟਰਾਂ ਨੇ ਸਿਗਨੇਚਰ ਨਹੀਂ ਕੀਤੇ ਨਵੀਨੀਕਰਨ ਪ੍ਰਕਿਰਿਆ ਦੇ ਵਿੱਚ। ਦੀਵਾਲੀ ਦਾ ਜਿਹੜਾ ਹੁਣੇ ਮੇਲਾ ਹੋਇਆ ਸੀਗਾ, ਅਸੀਂ ਉੱਥੇ ਸਿੱਧੇ ਗਏ ਸੀ ਤੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਸੀ, ਆਖਰ ਨਵੀਨੀਕਰਨ ਕਿਉਂ ਨਹੀਂ ਹੋ ਪਾ ਰਿਹਾ। ਉੱਥੇ ਸਾਨੂੰ ਕਮੇਟੀ ਵੱਲੋਂ ਦੱਸਿਆ ਗਿਆ ਕਿ ਦੀਵਾਲੀ ਮੇਲੇ ਦੇ ਵਿੱਚ ਸਾਰੇ ਡਾਇਰੈਕਟਰ ਮਸਰੂਫ ਨੇ ਤੇ ਸਾਡੇ ਸਵਾਲਾਂ ਦੇ ਜਵਾਬ ਅਜੇ ਨਹੀਂ ਦੇ ਸਕਦੇ। ਥੋੜੇ ਦਿਨ ਬਾਅਦ ਉਹ ਸਾਡੇ ਕੋਲ ਆਉਣਗੇ, ਸਾਰੇ ਸਵਾਲਾਂ ਦੇ ਸਾਡੇ ਜਵਾਬ ਦੇਣਗੇ। ਕਿਉਂਕਿ ਥੋੜੇ ਦਿਨ ਪਹਿਲਾਂ ਡਾਕਟਰ ਹਰਬੰਸ ਸਿੰਘ ਚੁੱਗ ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਆਰੋਪ ਲਗਾਏ ਸੀ ਕਿ ਕੁਝ ਡਾਇਰੈਕਟਰਾਂ ਨੇ ਨਵੀਨੀਕਰਨ ਦੇ ਵਿੱਚ ਪ੍ਰਕਿਰਿਆ ਦੇ ਵਿੱਚ ਸਿਗਨੇਚਰ ਨਹੀਂ ਕੀਤੇ, ਜਿਹਦੇ ਕਰਕੇ ਨਵੀਨੀਕਰਨ ਨਹੀਂ ਹੋ ਪਾ ਰਿਹਾ। ਤੇ ਉਹਨਾਂ ਡਾਇਰੈਕਟਰਾਂ ਨੂੰ ਹੀ ਅਸੀਂ ਸਵਾਲ ਕਰਨ ਗਏ ਸੀਗੇ। ਉਹਨਾਂ ਨੇ ਦੱਸਿਆ ਕਿ ਥੋੜੇ ਦਿਨ ਬਾਅਦ ਉਹ ਸਾਡੇ ਕੈਮਰੇ ਸਾਹਮਣੇ ਆਉਣਗੇ, ਮੀਡੀਆ ਸਾਹਮਣੇ ਆਉਣਗੇ, ਆਖਰ ਕੀ ਵਜ੍ਹਾ ਹੈ ਨਵੀਨੀਕਰਨ ਪ੍ਰਕਿਰਿਆ ਦੇ ਵਿੱਚ ਕਿਉਂ ਨਹੀਂ ਉਹ ਸਿਗਨੇਚਰ ਕਰ ਰਹੇ। ਉਹਨਾਂ ਦਾ ਕਹਿਣਾ ਸੀ ਕਿ ਕਈ ਚੀਜ਼ਾਂ ਇਹਦੇ ਵਿੱਚ ਹੋਰ ਨੇ ਜਿਹੜੀ ਸੰਗਤ ਨੂੰ ਦੱਸਣੀਆਂ ਜ਼ਰੂਰੀਆਂ ਨੇ, ਅਜੇ ਸੰਗਤ ਨੂੰ ਨਹੀਂ ਪਤਾ। ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ, ਜਦੋਂ ਮਰਜ਼ੀ ਆਉਣ। ਅਜੇ ਤੱਕ ਉਹਨਾਂ ਨੇ ਸਾਡੇ ਸਵਾਲਾਂ ਦੇ ਜਵਾਬ ਦੇਣ ਲਈ ਸਾਨੂੰ ਅਜੇ ਹਾਮੀ ਨਹੀਂ ਭਰੀ, ਕਿਉਂਕਿ ਸਾਡੀ ਵੀ ਕੋਸ਼ਿਸ਼ ਹੈ ਕਿ ਉਹ ਜਨਤਕ ਤੌਰ ਤੇ ਸੰਗਤ ਨੂੰ ਦੱਸਣ ਆਖਰ ਦਿੱਕਤ ਕਿੱਥੇ ਹੈ। ਇਸ ਕੜੀ ਦੇ ਵਿੱਚ ਅੱਜ ਫਿਰ ਅਸੀਂ ਸਿੱਧੇ ਸਵਾਲ ਕਰਾਂਗੇ ਡਾਕਟਰ ਹਰਬੰਸ ਸਿੰਘ ਚੁੱਗ ਸਾਹਿਬ ਨਾਲ ਕਿ ਆਖਰ ਦਿੱਕਤ ਕਿੱਥੇ ਹੈ, ਪ੍ਰੋਬਲਮ ਕਿੱਥੇ ਹੈ, ਕਿਉਂ ਜਿਹੜਾ ਸੰਗਤ ਦਾ ਨੁਕਸਾਨ ਹੋ ਰਿਹਾ ਹੈ ਉਹਦੇ ਉੱਤੇ ਵਿਰਾਮ ਨਹੀਂ ਲੱਗ ਪਾ ਰਿਹਾ। ਸਵਾਗਤ ਕਰਦੇ ਨੇ ਡਾਕਟਰ ਹਰਬੰਸ ਸਿੰਘ ਚੁੱਗ ਸਾਹਿਬ ਜੀ ਦਾ ਫਤਿਹ ਦੀ ਅਰਜ਼ ਕਰਕੇ। ਸਾਡੇ ਨਾਲ ਮੌਜੂਦ ਨੇ ਅੱਜ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਦੱਸੋ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਕਿ ਅਸੀਂ ਜਦੋਂ ਵੀ ਇਹਨਾਂ ਨੂੰ ਕਾਲ ਕੀਤੀ ਹੈ, ਫੋਨ ਕਾਲ ਕੀਤੀ ਹੈ ਕਿ ਆਮ ਸੰਗਤ ਦੇ ਸਾਨੂੰ ਜਵਾਬ ਜਿਹੜੇ ਨੇ ਉਹ ਚਾਹੀਦੇ ਨੇ, ਇਹਨਾਂ ਨੇ ਤੁਰੰਤ ਸਾਡੇ ਇੱਕ ਕਾਲ ਤੇ ਹੀ ਸੰਗਤ ਦੇ ਸਾਹਮਣੇ ਪੇਸ਼ ਹੋ ਕੇ ਸਾਰੇ ਸਵਾਲ ਜਵਾਬ ਜਿਹੜੇ ਨੇ ਸਾਡੇ ਨਾਲ ਕਰਨ ਦੀ ਹਿੰਮਤ ਵੀ ਖਾਈ ਹੈ। ਇੱਕ ਜਿੱਤੇ ਹੁੰਦਾ ਨਾ ਕਈ ਵਾਰੀ ਆਨਾਕਾਨੀ ਸਾਡੇ ਨਾਲ ਕੀਤੀ ਜਾਂਦੀ ਹੈ, ਲੇਕਿਨ ਇਹਨਾਂ ਦਾ ਧੰਨਵਾਦ ਕਰਦੇ ਹਾਂ। ਚਾਵਲਾ ਸਾਹਿਬ, ਤੁਸੀਂ ਕਦੀ ਮੌਕਾ ਨਹੀਂ ਛੱਡਦੇ, ਕਿਸੇ ਟਾਈਮ ਵੀ ਕਦੀ ਜਿੱਥੇ ਮਰਜ਼ੀ ਪਕੜ ਲੈਂਦੇ ਹੋ, ਪਰ ਮੈਂ ਜਵਾਬ ਦੇਗਾ ਸੰਗਤ ਦੇ ਪ੍ਰਤੀ। ਸਾਡੀ ਇਹ ਡਿਊਟੀ ਹੈ, ਕਿਉਂਕਿ ਵੇਖੋ ਸੰਗਤ ਨੂੰ ਜਵਾਬ ਚਾਹੀਦੇ ਨੇ। ਆਖਰ ਤੁਹਾਨੂੰ ਅਹੁਦਾ ਦਿੱਤਾ ਗਿਆ ਹੈ, ਤੁਹਾਡੀ ਜਵਾਬਦੇਹੀ ਹੈ। ਜੋ ਚਰਚਾ ਚੱਲ ਰਹੀ ਹੈ, ਨਵੀਨੀਕਰਨ ਨਹੀਂ ਹੋ ਪਾ ਰਿਹਾ, ਸਿੱਖਿਆ ਸਮਿਤੀ ਕਮੇਟੀ ਨਹੀਂ ਬਣ ਪਾ ਰਹੀ, ਨੁਕਸਾਨ ਆਖਰ ਹੋ ਰਿਹਾ, ਤੇ ਜਵਾਬ ਤਾਂ ਅਸੀਂ ਲਵਾਂਗੇ ਨਾ ਤੁਹਾਡੇ ਤੋਂ। ਨਹੀਂ, ਬਿਲਕੁਲ ਤੁਹਾਡਾ ਕਹਿਣਾ ਜਾਇਜ਼ ਹੈ। ਸੰਗਤ ਹਿਸਾਬ ਮੰਗ ਸਕਦੀ ਹੈ, ਸੰਗਤ ਜਵਾਬ ਮੰਗ ਸਕਦੀ ਹੈ, ਔਰ ਮੈਨੂੰ ਇੱਕ ਵਾਰੀ ਨਹੀਂ 100 ਵਾਰੀ ਦੇਣਾ ਪਏਗਾ। ਜਦੋਂ ਵੀ ਤੁਹਾਡਾ ਕੁਐਸਚਨ ਹੋਏਗਾ ਮੈਂ ਹਮੇਸ਼ਾ ਜਵਾਬ ਦੇਗਾ। ਵੈਸੇ ਤਾਂ ਨਵੀਨੀਕਰਨ ਦੇ ਬਾਰੇ ਚ ਮੈਂ ਦੱਸ ਦਿਆਂ। ਬਿਲਕੁਲ ਜੀ, ਆਪਾਂ ਚੱਲਦੇ ਫਿਰਦੇ ਗੱਲ ਕਰਦੇ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਵਾਲ ਇਹ ਹੋਈ ਹੈ ਕਿ ਅਸੀਂ ਜਦੋਂ ਹੁਣ ਨਾਨਕ ਮੱਤਾ ਸਾਹਿਬ ਅਸੀਂ ਪਹੁੰਚੇ ਸੀ, ਤੁਹਾਡੇ ਵੱਲੋਂ ਦੱਸਿਆ ਗਿਆ ਸੀ ਕਿ ਦੀਵਾਲੀ ਮੇਲਾ ਚੱਲ ਰਿਹਾ ਹੈ, ਅਸੀਂ ਅਜੇ ਬਿਜੀ ਹੈਗੇ ਹਾਂ। ਦੂਜੇ ਡਾਇਰੈਕਟਰ ਨੇ ਵੀ ਕਿਹਾ ਸੀ ਕਿ ਥੋੜੇ ਦਿਨ ਬਾਅਦ ਅਸੀਂ ਜਵਾਬ ਦੇਵਾਂਗੇ। ਹਾਲਾਂਕਿ ਜਿਨ੍ਹਾਂ ਤੇ ਤੁਸੀਂ ਆਰੋਪ ਮੜੇ ਸੀ ਉਹਨਾਂ ਡਾਇਰੈਕਟਰਾਂ ਨੇ ਸਾਨੂੰ ਕਿਹਾ ਸੀ ਕਿ ਸਾਡੇ ਆਪਸ ਵਿੱਚ ਕੋਈ ਮਤਭੇਦ ਨਹੀਂ ਹੈ, ਲੇਕਿਨ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਕੋਲ ਅਸੀਂ ਆਵਾਂਗੇ, ਅਸੀਂ ਸਾਈਨ ਕਿਉਂ ਨਹੀਂ ਕੀਤੇ, ਅਜੇ ਤੱਕ ਸਾਡੇ ਕੋਲ ਨਹੀਂ ਆਏ। ਉਹਨਾਂ ਨੇ ਸੰਗਤ ਨੂੰ ਜਵਾਬ ਚਾਹੀਦੇ ਨੇ। ਹੁਣ ਕੀ ਪ੍ਰੋਬਲਮ ਹੈ, ਹੁਣ ਕਿੱਥੇ ਦਿੱਕਤ ਹੈ, ਨਵੀਨੀਕਰਨ ਚ ਕੌਣ ਰੋੜ ਆਇਆ? ਦੇਖੋ, ਮੈਂ ਪਹਿਲੇ ਤਾਂ ਜਾਣਕਾਰੀ ਦੇ ਦਿਆਂ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਨ 87 ਤੋਂ ਇੱਕ ਸੋਸਾਇਟੀ ਰਜਿਸਟ੍ਰੇਸ਼ਨ ਐਕਟ ਦੇ ਅੰਡਰ ਵਿੱਚ ਇੱਕ ਸੋਸਾਇਟੀ ਹੈਗੀ ਹੈ ਬੇਸਿਕਲੀ, ਔਰ ਇਹਦਾ ਹਰ 5 ਸਾਲ ਬਾਅਦ ਨਵੀਨੀਕਰਨ ਹੁੰਦਾ ਹੈ, ਔਰ ਇਹ ਨਵੀਨੀਕਰਨ ਲਾਜ਼ਮੀ ਹੁੰਦਾ ਹੈ। ਆਪਾਂ ਇਸ ਆਧਾਰ ਤੇ ਇਨਕਮ ਟੈਕਸ ਤੋਂ ਛੂਟ ਲਈ ਹੋਈ ਹੈ, ਔਰ ਜਿੰਨੇ ਵੀ ਪਦਾਧਿਕਾਰੀ ਬਣਦੇ ਨੇ, ਜਿਹੜੇ ਵੀ ਇਲੈਕਸ਼ਨ ਜਾਂ ਜਿਹੜੇ ਵੀ ਦਾਇਿਤਵ ਦਿੱਤੇ ਜਾਂਦੇ ਨੇ, ਉਹ ਸੋਸਾਇਟੀ ਦੇ ਰੂਲ ਦੇ ਤਹਿਤ ਹੀ ਦਿੱਤੇ ਜਾਂਦੇ ਨੇ। ਤੇ ਇਹਦਾ ਰਿਨਿਊਅਲ ਕਰਾਣਾ ਹਰ ਆਪਣੇ ਗੁਰਦੁਆਰੇ ਦਾ ਔਰ ਹਰ ਮੈਂਬਰ ਦਾ ਫਰਜ਼ ਹੈਗਾ ਹੈ। ਇਹ ਆਪਣੇ ਆਪੇ ਜੇ ਇੱਕ ਸੰਵਿਧਾਨ ਹੈਗਾ, ਸਾਡਾ ਕਨਸਟੀਟਿਊਸ਼ਨ ਹੈਗਾ,
ਤੇ ਉਹ ਮੋਰਲ ਡਿਊਟੀ ਹੈਗੀ ਹੈ। ਤੇ ਮੈਂ ਇੱਕ ਲਿਸਟ ਪਹਿਲੇ ਜਾਰੀ ਕੀਤੀ ਹੋਈ ਹੈ ਔਰ ਉਦੋਂ ਦੀਵਾਲੀ ਦੇ ਟਾਈਮ ਕਿਹਾ ਗਿਆ ਸੀ ਕਿ ਵੀ ਆਪਾਂ ਦੀਵਾਲੀ ਦੇ ਬਾਅਦ ਕਰ ਲਵਾਂਗੇ। ਉਹ ਦਫ਼ਤਰ ਵਿੱਚ ਕਾਗਜ਼ ਮੌਜੂਦ ਹੈਗਾ ਹੈ। ਜਿਹੜੇ ਡਾਇਰੈਕਟਰ ਰਹਿ ਗਏ ਨੇ ਸਾਈਨ, ਉਹਨਾਂ ਨੇ ਸਾਈਨ ਕਰਨੇ ਨੇ, ਜਵਾਬ ਤਾਂ ਉਹਨਾਂ ਨੂੰ ਦੇਣਾ ਚਾਹੀਦਾ ਹੈ। ਪਰ ਤੁਸੀਂ ਮੈਨੂੰ ਪੁੱਛਦੇ ਹੋ ਤਾਂ ਮੈਂ ਡਾਕਟਰ ਸਾਹਿਬ ਵੇਖੋ, ਅਸੀਂ ਜਦੋਂ ਜਿਨ੍ਹਾਂ ਤੇ ਤੁਸੀਂ ਆਰੋਪ ਬਣੇ ਸੀ ਕਿ ਇਹ ਸਾਈਨ ਨਹੀਂ ਕਰ ਰਹੇ, ਅਸੀਂ ਜਦੋਂ ਦੀਵਾਲੀ ਮੇਲੇ ਤੋਂ ਉੱਥੇ ਪਹੁੰਚੇ ਸੀ, ਉਹਨਾਂ ਨੇ ਕਿਹਾ ਸੀ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦਿਆਂਗੇ, ਅੱਜ ਦਾ ਸਾਨੂੰ ਛੁੱਟੀ ਦਿਓ, ਮਾਫੀ ਦਿਓ ਕਿ ਅੱਜ ਥੋੜੇ ਦਿਨ ਅਸੀਂ ਬਹੁਤ ਜ਼ਿਆਦਾ ਬਿਜੀ ਹੈਗੇ ਆ। ਮਾਤਾ ਕਮਲੇਸ਼ ਕੌਰ ਜੀ, ਉਹਨਾਂ ਤੋਂ ਵੀ ਅਸੀਂ ਪੁੱਛਿਆ ਸੀ ਵੀ ਉਹਨਾਂ ਨੇ ਕਿਉਂ ਨਹੀਂ ਸਾਈਨ ਕੀਤੇ। ਉਹ ਕਹਿੰਦੇ ਆ ਮੇਰੇ ਲਈ ਕੋਈ ਪ੍ਰੋਬਲਮ ਨਹੀਂ ਹੈ, ਮੈਂ ਸਾਈਨ ਕਰ ਦਿਆਂਗੀ, ਤੇ ਮੈਂ ਕਰ ਦਿੱਤੇ। ਸ਼ਾਇਦ ਉਹਨਾਂ ਨੇ ਕੀਤੇ ਨਹੀਂ ਕੀਤੇ, ਤੁਹਾਨੂੰ ਪਤਾ ਹੈ। ਮੇਰੀ ਜਾਣਕਾਰੀ ਵਿੱਚ ਅਜੇ ਸਿਗਨੇਚਰ ਨਹੀਂ ਹੋਏ, ਲੇਕਿਨ ਇਹ ਜਵਾਬਦੇਹੀ ਬੇਸਿਕਲੀ ਤੁਹਾਨੂੰ ਉਹਨਾਂ ਤੋਂ ਹੀ ਲੈਣੀ ਚਾਹੀਦੀ ਹੈ। ਡਾਕਟਰ ਸਾਹਿਬ, ਅਸੀਂ ਪਰ ਮੈਂ ਹਮੇਸ਼ਾ ਖੜਾ ਹੈਗਾ ਸੰਗਤ ਦੇ ਸਾਹਮਣੇ ਹੱਥ ਜੋੜ ਕੇ। ਜਿਹੜੇ ਤੁਹਾਡੇ ਜਨਰਲ ਸੈਕਟਰੀ ਨੇ ਅਮਰਜੀਤ ਸਿੰਘ ਬੋਪਾ ਰਾਏ ਸਾਹਿਬ, ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਸੀਂ ਆਖਰ ਕਿਉਂ ਤੁਹਾਡੀ ਟੀਮ ਜਿਹੜੀ ਹੈ ਜਿਨ੍ਹਾਂ ਤੇ ਆਰੋਪ ਲੱਗ ਰਹੇ ਨੇ ਉਹ ਕਿਉਂ ਨਹੀਂ ਸਾਈਨ ਕਰ ਰਹੇ ਸੀ। ਉਹਨਾਂ ਨੂੰ ਪੁੱਛਿਆ ਸੀ, ਉਹ ਕਹਿੰਦੇ ਆ ਕਿ ਥੋੜੇ ਦਿਨ ਬਾਅਦ ਸਾਰੇ ਉਹ ਡਾਇਰੈਕਟਰ ਆਉਣਗੇ, ਜਵਾਬ ਦੇਣਗੇ ਆਖਰ ਕੀ ਪ੍ਰੋਬਲਮ ਹੈ, ਕਿਉਂ ਨਹੀਂ ਕਰ ਰਹੇ ਉਹ ਸਾਈਨ। ਲੇਕਿਨ ਅਜੇ ਤੱਕ ਉਹਨਾਂ ਦਾ ਸਾਨੂੰ ਇਹਦੇ ਬਾਰੇ ਚ ਅੱਛਾ ਹੋਏਗਾ ਕਿ ਉਹ ਹੀ ਦੱਸਣ ਕਿ ਬਈ ਕੀ ਸ਼ਰਤਾਂ ਨੇ, ਕੀ ਕਠਿਨਾਈਆਂ ਨੇ ਔਰ ਕਿਸ ਗੱਲ ਤੇ ਅੜੇ ਹੋਏ ਨੇ। ਮਤਲਬ ਕੀ ਗੱਲ ਹੈਗੀ ਕਿ ਉਹ ਆਖਰ ਤੁਹਾਨੂੰ ਤਾਂ ਕੋਈ ਲੌਜੀਕ ਦੱਸਿਆ ਹੋਣਾ ਹੈ ਕਿ ਉਹ ਸਾਈਨ ਇਸ ਕਰਕੇ ਨਹੀਂ ਕਰ ਰਹੇ, ਰੀਜਨ ਕੋਈ ਤੇ ਦੱਸਿਆ ਹੋਣਾ ਹੈ। ਕਿਉਂਕਿ ਨਵੀਨੀਕਰਨ ਜੇ ਨਹੀਂ ਹੋ ਪਾ ਰਿਹਾ, ਦੇਖਿਆ ਜਾਏ ਤਾਂ ਯੂਪੀ ਅਤੇ ਉੱਤਰਾਖੰਡ ਦੀ ਲੱਖਾਂ ਸੰਗਤ ਦੀ ਇੱਕ ਕਮੇਟੀ ਰਹਿਨੁਮਾਈ ਕਰਦੀ ਹੈ। ਅਗਰ ਨਵੀਨੀਕਰਨ ਨਹੀਂ ਹੋ ਪਾ ਰਿਹਾ, ਕਮੇਟੀ ਲੀਗਲੀ ਤੌਰ ਤੇ ਵਿੱਚ ਆਪਾਂ ਕਹਿ ਸਕਦੇ ਨਹੀਂ ਹੈ, ਉਹਦੇ ਜੋ ਜਾਣਕਾਰੀ ਮਿਲੀ ਕਿ ਨੁਕਸਾਨ ਬੜੇ ਵੱਡੇ ਹੋ ਸਕਦੇ ਨੇ। ਤੁਸੀਂ ਦੱਸਿਆ ਕਿ ਇਨਕਮ ਟੈਕਸ ਦੀ ਪ੍ਰੋਬਲਮ ਆ ਰਹੀ ਹੈ, ਲੱਖਾਂ ਦੇ ਨੁਕਸਾਨ ਤੇ ਆਮ ਸੰਗਤ ਦਾ ਹੋ ਰਿਹਾ ਨਾ ਬਈ, ਨੁਕਸਾਨ ਤੇ ਆਮ ਸੰਗਤ ਹੋ ਰਿਹਾ। ਤੇ ਤੁਹਾਨੂੰ ਸਾਰਿਆਂ ਨੂੰ ਇਸ ਕਰਕੇ ਲਿਆਂਦਾ ਗਿਆ ਹੈ ਕਿ ਪਿਛਲੀ ਕਮੇਟੀ ਅਗਰ ਨਹੀਂ ਕੰਮ ਪਰ ਬਈ ਵਧੀਆ, ਤੇ ਤੁਸੀਂ ਉਹਨਾਂ ਦੀ ਸੰਗਤ ਦੀ ਜਿਹੜੀ ਉਮੀਦਾਂ ਨੇ ਉਹਦੇ ਉੱਤੇ ਖਰੇ ਉਤਰੋਗੇ, ਤੇ ਜਿਹੜੇ ਕਮੇਟੀ ਕੰਮ ਪਹਿਲਾਂ ਨਹੀਂ ਕਰ ਪਾਈ ਜਾਂ ਨਹੀਂ ਹੋ ਪਾਏ ਉਹ ਤੁਸੀਂ ਕਰਕੇ ਦਿਖਾਓਗੇ। ਲੇਕਿਨ 6-7 ਮਹੀਨੇ ਬੀਤਣ ਤੋਂ ਬਾਅਦ ਵੀ ਜਿਵੇਂ ਐਜੂਕੇਸ਼ਨ ਕਮੇਟੀ ਨਹੀਂ ਬਣ ਪਈ, ਹਾਲਾਂਕਿ ਤੁਹਾਡੇ ਡਿਸੀਜਨ ਜਿਹੜੇ ਬੜੇ ਵਧੀਆ ਰਹੇ, ਤੁਸੀਂ ਸਖਤ ਡਿਸੀਜਨ ਲਏ, ਇੱਕ ਵਧੀਆ ਮੈਸੇਜ ਦੇਣ ਚ ਕਾਮਯਾਬ ਹੋਏ, ਲੇਕਿਨ ਰੋੜਾ ਤੇ ਅਜੇ ਹੀ ਹੈ ਨਾ, ਅਜੇ ਐਜੂਕੇਸ਼ਨ ਕਮੇਟੀ ਨਹੀਂ ਬਣ ਪਾ ਰਹੀ, ਨਵਾਂ ਵਿਵਾਦ ਆ ਗਿਆ, ਨਵੀਨੀਕਰਨ ਵੀ नहीं हो पा रहा। देखो, जहां तक मेरा अपना सोचना है कि शायद शिक्षा समिति अपने पक्ष ना बन करके कुछ लोग निराश है ने या नाराज है, पर ये शर्तां मेरे हिसाब नाल नहीं ठीक नहीं है इस वास्ते, गुरु घर वास्ते। मैं पहले भी अपनी प्रेस कॉन्फ्रेंस च गल कही सी, अज भी इसे नूं दोहरा रहा कि रजिस्टर दफ्तर पिया है, प्रधान जी की कोई जरूरत नहीं हैगी। जिहड़ा भी डायरैक्टर जिहदा मन करे कि भी ये गुरु घर की सोसाइटी है, रिन्यूअल करना है, तो कोई रोक नहीं हैगी और ਉਹਦੇ ਵਾਸਤੇ ਕਿਸੇ ਮੀਟਿੰਗ ਦੀ ਵੀ ਜ਼ਰੂਰਤ ਨਹੀਂ ਹੈਗੀ। ਦਫ਼ਤਰ ਵਿੱਚ ਮੈਨੇਜਰ ਸਾਹਿਬ ਕੋਲ ਜਾ ਕੇ ਸਾਈਨ ਕਰ ਦੇਣ। ਤੁਹਾਡੇ ਕਹਿਣ ਦਾ ਮਤਲਬ ਜੇ ਤੁਸੀਂ ਗੋਲਮੋਲੇ ਕਰ ਰਹੇ ਹੋ ਕਿ ਸਿੱਖਿਆ ਸਮਿਤੀ ਵਿੱਚ ਅਹੁਦਿਆਂ ਨੂੰ ਲੈ ਕੇ ਇਹਦੇ ਚ ਰੋੜਾ ਅਪਣਾਇਆ ਜਾ ਰਿਹਾ। ਹਾਂ, ਤੁਸੀਂ ਇੱਕ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਗੱਲ ਘੁਮਾ ਫਿਰਾ ਕੇ ਉੱਥੇ ਹੈਗੀ ਕਿ ਸਿੱਖਿਆ ਸਮਿਤੀ ਵਿੱਚ ਕਿਸੇ ਦੀ ਅਗਰ ਇੱਛਾ ਪੂਰੀ ਨਹੀਂ ਹੁੰਦੀ ਤਾਂ ਉਹਨੂੰ ਲੈ ਕੇ ਸੁਸਾਇਟੀ ਰਿਨਿਊਅਲ ਦੀ ਕੋਈ ਸ਼ਰਤ ਨਹੀਂ ਰੱਖਣੀ ਚਾਹੀਦੀ। ਇੱਕ ਸੈਕਿੰਡ ਸੰਗਤ ਜੀ, ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦੇ ਆ, ਗੁਰਦੁਆਰਾ ਕਮੇਟੀ ਦੀ ਕਈ ਸਬ ਕਮੇਟੀਆਂ ਬਣੀਆਂ ਨੇ, ਲੰਗਰ ਕਮੇਟੀ ਬਣੀ ਹੋਈ ਹੈ, ਧਰਮ ਪ੍ਰਚਾਰ ਕਮੇਟੀ ਬਣੀ ਹੋਈ ਹੈ, ਹੋਰ ਕਈ ਕਮੇਟੀਆਂ ਨੇ, ਉਹਦੇ ਵਿੱਚ ਕੋਈ ਲੜਾਈ ਨਹੀਂ ਹੈ। ਲੜਾਈ ਦੀ ਜੜ ਕੀ ਹੈ? ਸਿੱਖਿਆ ਸਮਿਤੀ ਜਿਹੜੀ ਹੈ ਉਹਦੇ ਲਈ ਅਹੁਦੇ ਚਾਹੀਦੇ ਨੇ ਜ਼ਰੂਰੀ। ਪਿਛਲੇ 5 ਸਾਲ ਵੀ ਇਹ ਰੌਲਾ ਰੱਪਾ ਰਿਹਾ, ਸਿੱਖਿਆ ਸਮਿਤੀ ਦੇ ਵਿੱਚ ਅਹੁਦੇ ਚਾਹੀਦੇ ਨੇ, ਜਿਹਦੇ ਕਰਕੇ ਤਾਲਮੇਲ ਨਾ ਹੋਣ ਕਰਕੇ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਹੈ। ਅਜੇ ਵੀ ਬਦਸਤੂਰ ਜਿਹੜਾ ਨੁਕਸਾਨ ਹੈ ਉਹ ਜਾਰੀ ਹੈ। ਡਾਕਟਰ ਸਾਹਿਬ ਜੀ, ਹਰ ਤੁਹਾਡੇ ਡਾਇਰੈਕਟਰ ਨੂੰ ਸਿੱਖਿਆ ਸਮਿਤੀ ਦੇ ਵਿੱਚ ਅਹੁਦਾ ਚਾਹੀਦਾ ਹੈ। ਸਿੱਖਿਆ ਸਮਿਤੀ ਵਿੱਚ ਇਹ ਵੀ ਅਫਵਾਹ ਉੱਡੀ ਹੋਈ ਹੈ ਕਿ 20-25 ਲੱਖ ਰੁਪਏ ਦੀਆਂ ਭਰਤੀਆਂ ਜਿਹੜੀਆਂ ਨੇ, 25-30-35 ਭਰਤੀਆਂ ਜਿਹੜੀਆਂ ਨੇ, ਉਹਦੇ ਲਈ ਸੌਦੇ ਤੈਅ ਕੀਤੇ ਗਏ ਨੇ। 10-12 ਕਰੋੜ ਦਾ ਹੇਰ-ਫੇਰ ਦੱਸਿਆ ਜਾ ਰਿਹਾ ਹੈ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਵੀ ਲੜਾਈ ਤਾਂ ਜੜ ਉੱਤੇ ਸਮਝ ਨੂੰ ਇਹੀ ਆ ਰਿਹਾ ਨਾ ਕਿ ਉੱਥੇ ਪੈਸਿਆਂ ਦੀ ਚਕਾਚੌਂਧ ਕਰਕੇ, ਪੈਸੇ ਦੇ ਲਾਲਚ ਕਰਕੇ ਸਿੱਖਿਆ ਸਮਿਤੀ ਜਿਹੜੀ ਕਮੇਟੀ ਨਹੀਂ ਬਣ ਪਾ ਰਹੀ। ਇਸੇ ਨਾਲ ਭਰਮ ਫੈਲ ਰਿਹਾ ਇਹ ਜਿਹੜਾ ਵੀ ਅਗਰ ਨਹੀਂ ਬਣ ਪਾ ਰਹੀ ਤੇ ਲੋਕੀ ਸਵਾਲ ਕਿਉਂ ਨਾ ਕਰਨ, ਸੰਗਤ ਸਵਾਲ ਕਿਉਂ ਨਾ ਕਰੇ ਕਿ ਇਹ ਲਾਲਚ ਦੇ ਅਧੀਨ ਕਰਕੇ ਸਿੱਖਿਆ ਸਮਿਤੀ ਕਮੇਟੀ ਨਹੀਂ ਬਣ ਪਾ ਰਹੀ। ਬਈ ਸੰਗਤ ਵੀ ਇਹੀ ਇਸੇ ਲਈ ਭਰਮ ਬੰਦਾ ਹੈ। ਭਰਮ ਮਤਲਬ ਕਿਸੇ ਵੀ ਤਰ੍ਹਾਂ ਦਾ ਇਸ ਲਈ ਬੰਦਾ ਹੈ ਕਿ ਅਗਰ ਮੈਂ ਸਿਗਨੇਚਰ ਨਹੀਂ ਕਰ ਰਿਹਾ ਤਾਂ ਕੋਈ ਕਾਰਨ ਮਤਲਬ ਕਿਤੇ ਨਾ ਡਾਕਟਰ ਸਾਹਿਬ ਸਿੱਧੇ ਤੌਰ ਤੇ ਕਹੋ ਜਿਹੜੇ ਸਿਗਨੇਚਰ ਨਹੀਂ ਕਰ ਰਹੇ ਕਿ ਉਹਨਾਂ ਨੂੰ ਲਾਲਚ ਹੈ। ਮੈਂ ਇਸ ਤਰ੍ਹਾਂ ਨਹੀਂ ਕਹਿ ਸਕਦਾ ਜਦੋਂ ਤੱਕ ਮੇਰੇ ਕੋਈ ਸਾਬਿਤ ਨਾ ਹੋਵੇ, ਪਰੰਤੂ ਕੋਈ ਨਾ ਕੋਈ ਗੱਲ ਤਾਂ ਮੈਂ ਕਵਾਂਗਾ ਹੀ ਨਾ ਕਿ ਬਈ ਕਿਉਂ ਨਹੀਂ ਸਿਗਨੇਚਰ। ਬਈ ਵੇਖੋ, ਧਰਮ ਪ੍ਰਚਾਰ ਕਮੇਟੀ ਦੇ ਲਈ ਕੋਈ ਸ਼ਰਤ ਨਹੀਂ, ਲੰਗਰ ਦੀ ਕਮੇਟੀ ਲਈ, ਸੇਵਾ ਲਈ ਕੋਈ ਸ਼ਰਤ ਨਹੀਂ, ਸਿੱਖਿਆ ਸਮਿਤੀ ਕਮੇਟੀ ਲਈ ਕਿਉਂ ਉਹਦੇ ਸਾਰੇ ਅਗਰ ਕਿਸੇ ਨੂੰ ਚਾਹੀਦਾ। ਦੇਖੋ, ਮੈਨੂੰ ਸਿਰਫ ਸਿਸਟਮ ਦਾ ਪਤਾ ਹੈ ਕਿ ਅਗਰ ਆਮ ਸਹਿਮਤੀ ਨਾਲ ਬਣਦੀ ਸੀ ਤਾਂ ਸਭ ਤੋਂ ਵਧੀਆ, ਔਰ ਨਹੀਂ ਬਣਦੀ ਤਾਂ ਬਹੁਮਤ ਦੇ ਆਧਾਰ ਤੇ ਬਣਨੀ ਹੈ। ਔਰ ਜਿਹੜੀ ਇਸ ਟਾਈਮ ਬਣੀ ਉਹ ਬਹੁਮਤ ਨਾਲ ਬਣੀ ਹੈ ਔਰ ਮੇਰੇ ਹਿਸਾਬ ਨਾਲ ਕਾਨੂੰਨੀ ਰੂਪ ਨਾਲ ਜਿਸ ਤਰੀਕੇ ਬਣਨੀ ਚਾਹੀਦੀ ਉਹ ਬਣ ਗਈ ਹੈ।
ਤੇ ਅਗਰ ਕੁਝ ਲੋਕਾਂ ਨੂੰ ਇਹ ਗਵਾਰਾ ਨਹੀਂ, ਆਪਣੇ ਆਪ ਨੂੰ ਉਹਨਾਂ ਨੂੰ ਅੱਛਾ ਨਹੀਂ ਲੱਗਦਾ, ਪਸੰਦ ਨਹੀਂ ਹੈ, ਤਾਂ ਇਹ ਤਾਂ ਉਹਨਾਂ ਦਾ ਹੁਣ ਜਿੱਦ ਗਲਤ ਹੈਗੀ ਹੈ। ਇਸ ਜਿੱਦ ਦਾ ਮੈਂ ਨਾ ਉਹਦਾ ਮੈਂ ਇਹਦਾ ਪੱਕਦਾ ਰਹੇਗਾ ਔਰ ਨਾ ਮੈਂ ਪੱਕ ਲੈਣਾ। ਨਹੀਂ, ਹੁਣ ਦੀਵਾਲੀ ਮੇਲੇ ਤੋਂ ਬਾਅਦ ਤੁਸੀਂ ਦੱਸਿਆ ਸੀ ਕਿ ਅਸੀਂ ਤੁਹਾਨੂੰ ਦੱਸਾਂਗੇ ਵੀ ਜੀ ਸਾਡੀ ਜਿਹੜੀ ਮੀਟਿੰਗ ਹੋਣ ਵਾਲੀ ਹੈ। ਹੁਣ ਤੁਹਾਡੀ ਅਗਲੀ ਮੀਟਿੰਗ ਕਦੋਂ ਹੈ ਡਾਇਰੈਕਟਰਾਂ ਦੀ? ਕੀ ਸੰਗਤ ਨੂੰ ਮੈਸੇਜ ਦੇਣਾ ਚਾਹੋਗੇ ਕੋਈ ਪੋਜ਼ਿਟਿਵ, ਕਿ ਜਿਹੜਾ ਨਵੀਨੀਕਰਨ ਨੂੰ ਲੈ ਕੇ ਤੇ ਸਿੱਖਿਆ ਸਮਿਤੀ ਨੂੰ ਜਿਹੜਾ ਆਪਸੀ ਜਿਹੜਾ ਗਤਿਰੋਧ ਬਣਿਆ ਹੋਇਆ ਹੈ, ਕਦੋਂ ਸਮਾਪਤ ਹੋ ਸਕਦਾ ਹੈ? ਦੇਖੋ, ਮੀਟਿੰਗ ਤਾਂ ਹੁਣ ਮੈਂ ਆਪਣੇ ਨਿੱਜੀ ਕਾਰਨ ਨਾਲ 2 ਹਫ਼ਤੇ ਬਾਹਰ ਹੈਗਾ ਤੇ 2 ਹਫ਼ਤੇ ਤੋਂ ਬਾਅਦ ਹੀ ਫਿਰ ਮੀਟਿੰਗ ਸੰਭਵ ਹੋਏਗੀ। ਲੇਕਿਨ ਨਵੀਨੀਕਰਨ ਵਿੱਚ ਮੀਟਿੰਗ ਕੋਈ ਅਵਰੋਧ ਨਹੀਂ ਹੈਗੀ। ਜਦੋਂ ਵੀ ਕਿਸੇ ਦਾ ਇਹ ਸਮਝ ਆ ਜਾਂਦੀ ਕਿ ਕਰਨਾ ਚਾਹੀਦਾ ਹੈ ਤਾਂ ਗੁਰਦੁਆਰੇ ਦੇ ਆਫਿਸ ਵਿੱਚ ਰਜਿਸਟਰ ਪਿਆ ਹੋਇਆ ਹੈ, ਉੱਥੇ ਸਾਈਨ ਕਰਨੇ ਨੇ ਔਰ ਕੋਈ ਵੀ ਡਾਇਰੈਕਟਰ ਜਿਹਨੂੰ ਆਪਣਾ ਸਮਝ ਆ ਜਾਵੇ ਉਹ ਜਾ ਕੇ ਆਪਣੇ ਸਿਗਨੇਚਰ ਕਰ ਦੇਵੇਗਾ ਤਾਂ ਅੱਗੇ ਤੱਕ ਕਾਰਵਾਈ ਸ਼ੁਰੂ ਹੋ ਜਾਏਗੀ। ਡਾਕਟਰ ਸਾਹਿਬ ਜੀ, ਸਵਾਲ ਇਸ ਕਰਕੇ ਉੱਠ ਰਹੇ ਨੇ ਕਿਉਂਕਿ ਹੁਣ ਆਮ ਸੰਗਤ ਦੇ ਵਿੱਚ ਰੋਸ਼ ਵੱਧਦਾ ਜਾ ਰਿਹਾ। ਅੱਜ ਵੀ ਰੁਦਰਪੁਰ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਆਵਾਸ ਵਿਕਾਸ ਵਿੱਚ ਇਸ ਹੀ ਸਾਰੀ ਪ੍ਰਕਿਰਿਆ ਨੂੰ ਲੈ ਕੇ ਬਹੁਤ ਵੱਡਾ ਰੋਸ਼ ਪਾਇਆ ਗਿਆ, ਆਮ ਸੰਗਤ ਉੱਤੇ ਇਕੱਠੀ ਹੋਈ ਹੈ। ਕਿਤੇ ਨਾ ਕਿਤੇ ਹੁਣ ਮੈਸੇਜ ਤਾਂ ਇਹੋ ਹੀ ਜਾ ਰਿਹਾ ਨਾ, ਜਿਹੜੀ ਕਮੇਟੀ ਨੂੰ ਚੁਣ ਕੇ ਭੇਜਿਆ ਸੰਗਤ ਵਿੱਚੋਂ, ਉਹਨਾਂ ਦੀ ਅਗਰ ਖਰਾ ਨਹੀਂ ਉਤਰ ਰਹੀ ਤੇ ਸੰਗਤ ਦੇ ਰੋਸ਼ ਤਾਂ ਲਾਜ਼ਮੀ ਹੈ ਨਾ। ਹੁਣ ਇੰਨਾ ਵੱਡਾ ਇਕੱਠ ਅੱਜ ਗੁਰਦੁਆਰਾ ਸਾਹਿਬ ਵਿੱਚ ਇਸੇ ਸਾਰੇ ਵਿਰੋਧ ਨੂੰ ਲੈ ਕੇ ਹੋਇਆ। ਦੇਖੋ, ਮੈਂ ਸਾਰੀ ਸੰਗਤ ਦੇ ਅੱਗੇ ਨਤਮਸਤਕ ਹੈਗਾ। ਮੇਰੀ ਪੂਰੀ ਕੋਸ਼ਿਸ਼ ਹੈਗੀ ਹੈ ਕਿ ਜਲਦੀ ਤੋਂ ਜਲਦੀ ਗਤਰੋਧ ਖਤਮ ਹੋਵੇ, ਪਰੰਤੂ ਫਿਰ ਵੀ ਜਵਾਬਦੇਹੀ ਤਾਂ ਉਸ ਡਾਇਰੈਕਟਰ ਦੀ ਹੀ ਹੈ, ਨਿੱਜੀ ਡਾਇਰੈਕਟਰ ਦੀ ਹੈ, ਜਿਹੜੇ ਆਪਣੇ ਸਿਗਨੇਚਰ ਨੂੰ ਗੁਰੂ ਘਰ ਵਾਸਤੇ ਨਹੀਂ ਦਿੰਦਾ, ਜਿਹੜਾ ਵੱਡੀ ਤੋਂ ਵੱਡੀ ਸੇਵਾ ਵਾਸਤੇ ਆਏ ਨੇ ਔਰ ਉਹ ਕਹਿੰਦੇ ਮੈਂ ਨਵੀਨੀਕਰਨ ਦਾ ਵਿਰੋਧੀ ਹੈਗਾ, ਤਾਂ ਉਹਨੂੰ ਆਪਣੇ ਆਪ ਰਿਜ਼ਾਈਨ ਕਰਕੇ ਚਲੇ ਜਾਣਾ ਚਾਹੀਦਾ। ਇਹਦਾ ਕੀ ਮਤਲਬ ਹੈਗਾ? ਡਾਕਟਰ ਸਾਹਿਬ ਜੀ, ਇੱਕ ਚੀਜ਼ ਹੋਰ, ਤੁਸੀਂ ਅਧਿਅਕਸ਼ ਹੋ, ਬਾਈਲੌਜ ਤੁਹਾਡੇ ਕੋਲ ਹੈ, ਮੰਨ ਲਓ ਜਿਹੜੇ ਤੁਹਾਡੇ ਕਹਿਣ ਦਾ ਜਿਹੜੇ ਰੋੜਾ ਨੇ ਨਵੀਨੀਕਰਨ ਦੇ ਜਿਹੜੇ ਮੰਨ ਲਓ ਸਾਈਨ ਨਹੀਂ ਕਰ ਰਹੇ, ਉਸ ਦੇ ਵਿੱਚ ਲੀਗਲੀ ਪ੍ਰੋਸੈਸ ਤੁਹਾਡੇ ਕੋਲ ਕੀ ਰਾਈਟ ਨੇ? ਤੁਸੀਂ ਅੱਗੇ ਹੋਰ ਕੀ ਐਕਸ਼ਨ ਲੈ ਸਕਦੇ ਹੋ? ਦੇਖੋ, ਮੈਂ ਇਸ ਬਾਰੇ ਚ ਕਾਨੂੰਨੀ ਕੰਸਲਟੇਸ਼ਨ ਕੀਤਾ ਵੀ ਹੈ, ਕਰ ਵੀ ਰਿਹਾ। ਉਹ ਜੋ ਵੀ ਹੋਏਗਾ ਮੈਂ ਸਮੇਂ ਦੇ ਹਿਸਾਬ ਨਾਲ ਤੁਹਾਨੂੰ ਦੱਸਾਂਗਾ ਤੇ ਉਸ ਬਾਰੇ ਚ ਮੈਂ ਅਜੇ ਮੇਰਾ ਕਮੈਂਟ ਕਰਨਾ ਠੀਕ ਨਹੀਂ ਹੈ। ਅਗਰ ਮੰਨ ਲਓ ਨਵੀਨੀਕਰਨ ਵੇਖੋ ਅਗਰ ਲੇਟ ਹੁੰਦਾ ਹੈ, ਨੁਕਸਾਨ ਤੇ ਹੋ ਰਿਹਾ ਨਾ, ਫਿਰ ਤੁਸੀਂ ਕੀ ਵੱਡੇ ਐਕਸ਼ਨ ਲੈ ਸਕਦੇ ਹੋ? ਹਾਂ, ਬਿਲਕੁਲ, ਐਕਸ਼ਨ ਸਾਰੇ ਪੋਸੀਬਲ ਹੈਗੇ ਨੇ, ਸੰਭਵ ਹੈਗੇ ਨੇ, ਲਾਅ ਦੇ ਅੰਦਰ ਹੈਗੇ ਨੇ, ਕਠੋਰ ਕਦਮ ਵੀ ਹੋ ਸਕਦੇ ਨੇ। ਲੇਕਿਨ ਉਹ ਮੈਂ ਹੁਣ ਸੰਗਤ ਦੀ ਅਗਰ ਜਦੋਂ ਵੀ ਆਗਿਆ ਹੋਏਗੀ ਤਾਂ ਮੈਂ ਉਹ ਅਗਾ ਵੀ ਵੱਧ ਸਕਣਾ। ਲੇਕਿਨ ਪਹਿਲੇ ਮੇਰੀ ਬੇਨਤੀ ਹੈਗੀ ਹੈ ਕਿ ਸਾਰੀ ਚੀਜ਼ਾਂ ਪਿਆਰ ਮੁਹੱਬਤ ਨਾਲ ਹੋਣ ਔਰ ਮੈਂ ਬਾਰ-ਬਾਰ ਅਪੀਲ ਹੀ ਕਰਨਾ, ਅੱਜ ਵੀ ਅਪੀਲ ਹੀ ਕਰਨਾ ਕਿ ਸਾਰੇ ਡਾਇਰੈਕਟਰ ਜਿਹੜੇ ਸੇਵਾ ਕਰਨ ਆਏ ਨੇ, ਇਹ ਸੇਵਾ ਦਾ ਪਹਿਲਾ ਬਿੰਦੂ ਹੈਗਾ ਕਿ ਇਸੇ ਸੁਸਾਇਟੀ ਦੇ ਤਹਿਤ ਹੀ ਇਲੈਕਸ਼ਨ ਵਾਸਤੇ ਆਏ ਨਾ ਔਰ ਉਸੇ ਕਨਸਟੀਟਿਊਸ਼ਨ ਦੇ ਅੰਡਰ ਵਿੱਚ ਹੀ ਅਸੀਂ ਡਾਇਰੈਕਟਰ ਬਣੇ ਹੈ, ਉਸੇ ਦੇ ਅੰਡਰ ਵਿੱਚ ਹੀ, ਉਸੇ ਦੇ ਰੂਲ ਵਿੱਚ ਹੀ ਸਾਰੇ ਪਦਾਧਿਕਾਰੀ ਬਣੇ ਨੇ। ਉਹਦਾ ਵਿਰੋਧ ਦਾ ਕੋਈ ਮਤਲਬ ਹੀ ਨਹੀਂ ਹੈਗਾ, ਉਹਦਾ ਆਪਣੇ ਆਪ ਮਤਲਬ ਹੈਗਾ ਕਿ ਮੈਂ ਇਹਦੇ ਸੁਸਾਇਟੀ 'ਚ ਰਹਿਣਾ ਚਾਹੁੰਦਾ। ਡਾਕਟਰ ਸਾਹਿਬ ਜੀ, ਪਿਛਲੇ ਸਮੇਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਡਿਸੀਜਨ ਲਏ ਨੇ, ਮਤਲਬ ਜਿਹਨੂੰ ਆਪਾਂ ਬੜੇ ਸਖਤ ਡਿਸੀਜਨ ਕਹਿ ਸਕਦੇ ਹਾਂ, ਕਿਉਂਕਿ ਐਜੂਕੇਸ਼ਨ ਕਮੇਟੀ ਦੇ ਵਿੱਚ ਇਹ ਗੱਲਾਂ ਉੱਭਰ ਕੇ ਆਈਆਂ ਕਿ ਤੁਸੀਂ ਜਿਹੜੇ ਗੁੱਟ ਦੇ ਮੰਨੇ ਜਾਂਦੇ ਸੀ ਉਹਦੇ ਚ ਵਿਰੋਧ ਚ ਫੈਸਲੇ ਲਏ। ਹਾਲਾਂਕਿ ਉਹ ਤੋਂ ਬਾਅਦ ਤੁਹਾਡੀ ਸਾਨੂੰ ਜੋ ਜਾਣਕਾਰੀ ਵੀ ਵਿਰੋਧਤਾ ਵੀ ਹੋ ਰਹੀ ਹੈ, ਕਦੀ ਤੁਸੀਂ ਉਸ ਪਾਲ ਵਿੱਚ ਚਲੇ ਜਾਂਦੇ ਹੋ, ਕਦੀ ਉਸ ਪਾਲ ਵਿੱਚ ਚਲੇ ਜਾਂਦੇ ਹੋ। ਇਹਦੇ ਵਿੱਚ ਕੀ ਹੈ ਕਿ ਤੁਸੀਂ ਆਪਣਾ ਨਿੱਜੀ ਹਿੱਤ ਵੇਂਦੇ ਹੋ, ਕਦੀ ਉਸ ਗੁੱਟ ਵਿੱਚ ਕਦੀ ਉਸ ਗੁੱਟ ਵਿੱਚ, ਕਿਉਂਕਿ ਲੇਬਲ ਤੁਹਾਡੇ ਤੇ ਲੱਗੇ ਹੋਏ ਸੀ। ਬੜਾ ਅੱਛਾ ਸਵਾਲ ਕੀਤਾ ਹੈਗਾ। ਮੇਰਾ ਗੁੱਟ ਤਾਂ ਬਾਬੇ ਨਾਨਕ ਦਾ ਗੁੱਟ ਹੈਗਾ। ਨਹੀਂ, ਵੇਖੋ ਆਮ ਸੰਗਤ ਵਿੱਚ ਚਰਚਾ ਹੈਗੀ ਹੈ ਕਿ ਪਹਿਲਾਂ ਡਾਕਟਰ ਸਾਹਿਬ ਦੂਜੇ ਗੁੱਟ ਵਿੱਚ ਸੀ, ਜਦੋਂ ਸਿੱਖਿਆ ਸਮਿਤੀ ਕਮੇਟੀ ਬਣੀ ਤੇ ਦੂਜੇ ਜਿਹੜੇ ਡਾਕਟਰ ਜਿਹੜੇ ਤੁਹਾਡੇ ਵਿਰੋਧ ਚ ਸੀ ਉਹ ਤੁਹਾਡੇ ਨਾਲ ਆ ਗਏ, ਫਿਰ ਤੁਹਾਡੇ ਤੇ ਲੇਬਲ ਲੱਗ ਗਿਆ ਦੂਜ ਫਲਾਣੇ ਗੁੱਟ ਦਾ। ਮਤਲਬ ਇਹ ਕੀ ਹੋ ਰਿਹਾ? ਤੁਸੀਂ ਵੀ ਦਲ ਬਦਲ ਰਹੇ ਹੋ। ਦੇਖੋ ਆਪਾਂ ਜਿਹੜਾ ਸਹੀ ਕੰਮ ਹੈਗਾ ਉਹਦੇ ਨਾਲ ਹੈਗੇ ਆ। ਮੇਰਾ ਕੋਈ ਗੁੱਟ ਨਹੀਂ ਹੈਗਾ ਔਰ ਮੇਰੇ ਸਾਰੇ ਗੁੱਟ ਹੈਗੇ ਨੇ। ਬੇਸਿਕਲੀ ਜਿਹੜਾ ਸਹੀ ਕੰਮ ਹੈਗਾ ਮੈਂ ਉਸ ਕੰਮ ਦੇ ਨਾਲ ਹੈਗਾ। ਜੇ ਬੰਦਾ ਨਾਲ ਵਾਲਾ ਉਸ ਤੋਂ ਨਾਰਾਜ਼ ਹੋ ਜਾਵੇ ਪਾਰਟੀਬਾਜ਼ੀ ਨਾਲ ਕਾਰਨ, ਤਾਂ ਉਹਦੇ ਵਿੱਚ ਮੈਂ ਹੈਲਪਲੈਸ ਹੈਗਾ, ਮੈਂ ਕੀ ਕਰ ਸਕਣਾ ਉਹਦੇ ਵਿੱਚ। ਲੇਕਿਨ ਇਹਦੇ ਵਿੱਚ ਇੱਕ ਕੇਵਲ ਸਹੀ ਤੇ ਗਲਤ ਹੀ ਮੇਰਾ ਗੁੱਟ ਹੈਗਾ। ਜਿਹੜਾ ਸਹੀ ਕੰਮ ਹੈਗਾ ਮੈਂ ਉਸ ਪਾਸੇ ਹੈਗਾ। ਜਿਹੜੀ ਮੇਰੀ ਬੁੱਧੀ ਵਿਵੇਕ ਨਾਲ ਲੱਗਦਾ ਹੈ ਕਿ ਇਹ ਗੁਰੂ ਘਰ ਦੇ ਹਿੱਤ ਵਿੱਚ ਹੈਗਾ, ਮੈਂ ਉਸ ਨਿਰਣੇ ਦੇ ਨਾਲ ਹੈਗਾ। ਜਿੱਥੇ ਮੈਂ ਗਲਤ ਹੋਵਾਂ ਮੇਰੇ ਕੋਲੋਂ ਜਿੱਥੇ ਮਰਜੀ ਜਿੰਨੇ ਮਰਜੀ ਸਵਾਲ ਪੁੱਛ ਲਓ। ਬਿਲਕੁਲ ਜੀ। ਜਿਹੜੀ ਸੰਗਤ ਸਾਡੇ ਨਾਲ ਹੁਣੇ ਜੁੜੀ ਆ, ਮੈਂ ਫੇਰ ਦੱਸ ਦਿੰਦਾ, ਸਾਡੇ ਨਾਲ ਅੱਜ ਮੌਜੂਦ ਨੇ ਡਾਕਟਰ ਹਰਬੰਸ ਸਿੰਘ ਚੁਗ ਸਾਹਿਬ, ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਨਾਨਕ ਮੱਤਾ ਸਾਹਿਬ ਦੇ ਅਧਿਕਸ਼ ਨੇ। ਚਰਚਾ ਵਿੱਚ ਉਦੋਂ ਆਉਂਦੇ ਨੇ ਜਦੋਂ ਹੀ ਇਹ ਕਾਰੋਬਾਰ ਸੰਭਾਲਦੇ ਨੇ ਤੇ ਥੋੜੀ ਜੀ ਤਬਦੀਲੀ ਕਰਦੇ ਨੇ ਉੱਥੇ ਦੇ ਸਿਸਟਮ ਦੇ ਵਿੱਚ, ਤੇ
ਕਰੋੜਾਂ ਦੀ ਵ੍ਰਿੱਧੀ ਆ ਜਾਂਦੀ ਹੈ। ਕਰੋੜਾਂ ਦੀ 1 ਕਰੋੜ ਤੋਂ ਜ਼ਿਆਦਾ ਦੀ ਮੈਂ ਇਸ ਕਰਕੇ ਕਹਿ ਰਿਹਾ, ਥੋੜਾ ਜਿਹਾ ਇਹਨਾਂ ਨੇ ਸਿਸਟਮ ਫੇਰ ਬਦਲ ਕੀਤਾ ਹੈ। ਪਿਛਲੇ ਸਮੇਂ ਤੋਂ ਜਿਹੜੇ ਸਿਸਟਮ ਆ ਰਹੇ ਸੀ, ਥੋੜਾ ਜਿਹਾ ਉਹਦੇ ਚੇਂਜਸ ਲਿਆਂਦੀ ਹੈ ਤੇ ਗੁਰਦੁਆਰਾ ਕਮੇਟੀ ਦੇ ਵਿੱਚ 1 ਕਰੋੜ ਤੋਂ ਵਾਧਾ ਹੋਇਆ ਰਕਮ ਦਾ। ਤੇ ਵਿੱਚ ਇਹਨਾਂ ਦੇ ਕੁਝ ਇਸ ਤਰ੍ਹਾਂ ਦੇ ਸਖਤ ਡਿਸੀਜਨ ਵੀ ਲਏ ਨੇ, ਕਿਉਂਕਿ ਇਹਨਾਂ ਦਾ ਜਿਹੜਾ ਬੈਕਗ੍ਰਾਉਂਡ ਹੈ, ਪੂਰਵ IAS ਨੇ ਤੇ ਡੀਐਮ ਵਰਗੇ ਅਹੁਦਿਆਂ ਤੇ ਰਹੇ ਨੇ, ਤੇ ਇੱਕ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਐਕਸਪੀਰੀਅੰਸ ਹੈ, ਤਜਰਬਾ ਹੈ, ਉਹ ਬਹੁਤ ਜ਼ਿਆਦਾ ਹੈ। ਨਵੀਂ ਟੈਕਨੋਲੋਜੀ ਦੇ ਨਾਲ ਉੱਥੇ ਉਹਨੇ ਕੰਮ ਕਰਨ ਜਾ ਰਹੇ ਨੇ। ਫਿਰ ਉਹਨੇ ਡਾਕਟਰ ਸਾਹਿਬ ਸਾਰੇ ਤਿੱਖੇ ਸਵਾਲ ਕਰਾਂਗੇ। ਸੰਗਤ ਨੂੰ ਕਈ ਸਵਾਲਾਂ ਦੇ ਜਵਾਬ ਚਾਹੀਦੇ ਨੇ ਕਿ ਇੱਕ ਬਹੁਤ ਵੱਡਾ ਵਿਸ਼ਵਾਸ ਜਿਤਾ ਕੇ ਡਾਕਟਰ ਸਾਹਿਬ ਨੂੰ ਇੱਕ ਅਧਿਅਕਸ਼ ਦਾ ਅਹੁਦਾ ਦਿੱਤਾ ਗਿਆ ਤੇ ਇਹਨਾਂ ਦੇ ਆਉਣ ਤੋਂ ਬਾਅਦ ਵੀ ਕੁਝ ਚੀਜ਼ਾਂ ਤੇ ਬਹੁਤ ਵਧੀਆ ਹੋਈਆਂ ਨੇ, ਲੇਕਿਨ ਜਿਹੜੀ ਮੇਨ ਚੀਜ਼ ਹੈ, ਸਿੱਖਿਆ ਸਮਿਤੀ ਦੀ ਜਿਹੜੀ ਕਮੇਟੀ ਦਾ ਗਠਨ ਨਹੀਂ ਹੋ ਪਾ ਰਿਹਾ, ਜਿਹਦੇ ਕਰਕੇ ਕਰੋੜਾਂ ਦਾ ਨੁਕਸਾਨ ਪਹਿਲਾਂ ਹੋ ਚੁੱਕਿਆ, ਅਜੇ ਵੀ ਜਿਹੜਾ ਨੁਕਸਾਨ ਹੈ ਉਹ ਹੋ ਰਿਹਾ। ਫਿਰ ਉਹਨੇ ਡਾਕਟਰ ਸਾਹਿਬ ਕੋਲ ਚਰਚਾ ਇਹ ਵੀ ਹੈ ਕਿ ਡਾਕਟਰ ਸਾਹਿਬ ਦੇ ਜਿਹੜੇ ਸਖਤ ਡਿਸੀਜਨ ਨੇ, ਇਹਨਾਂ ਦੀ ਜਿਹੜੀ ਇੱਛਾ ਹੈ, ਦ੍ਰਿੜ ਇੱਛਾ, ਉਹਨੂੰ ਵੇਂਦਿਆਂ ਹੋਇਆਂ ਕਈਆਂ ਨੂੰ ਇਹ ਰੜਕ ਰਹੇ ਨੇ ਤੇ ਇਹਨਾਂ ਨੂੰ ਹਟਾਉਣ ਦੀ ਸਾਜ਼ਿਸ਼ਾਂ ਵੀ ਜਿਹੜੀਆਂ ਨੇ ਵੱਡੇ ਪੱਧਰ ਤੇ ਰਚੀਆਂ ਜਾ ਰਹੀਆਂ ਨੇ। ਆਵਾਜ਼ ਨਹੀਂ ਆ ਰਹੀ? ਸੋ ਸਾਜ਼ਿਸ਼ਾਂ ਵੀ ਜਿਹੜੀਆਂ ਨੇ ਉਹ ਰਚੀਆਂ ਜਾ ਰਹੀਆਂ ਨੇ। ਆਵਾਜ਼ ਆ ਰਹੀ ਹੈ? ਬਿਲਕੁਲ ਜੀ। ਤੇ ਕਿਉਂਕਿ 1 ਸਾਲ ਤੋਂ ਪਹਿਲਾਂ ਜਿਹੜਾ ਬਾਇਲੋਜ ਹੈ ਉਹ ਇਹਨਾਂ ਨੂੰ ਨਹੀਂ ਹਟਾਇਆ ਜਾ ਸਕਦਾ। ਫਿਰ ਉਹਨੇ ਡਾਕਟਰ ਸਾਹਿਬ ਕੋਲ ਪੁੱਛਦੇ ਆ ਕਿ ਇਹਨਾਂ ਨੂੰ ਜਿਹੜੀ ਸਾਜ਼ਿਸ਼ਾਂ ਦੀ ਜਿਹੜੀ ਰਚੀਆਂ ਜਾ ਰਹੀਆਂ ਨੇ ਹਟਾਉਣ ਦੀ, ਉਹਨੂੰ ਵੇਖ ਕੇ ਇਹਨਾਂ ਦਾ ਕੀ ਕਹਿਣਾ ਹੈ। ਡਾਕਟਰ ਸਾਹਿਬ ਜੀ, ਇਹ ਵੀ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਜਿਹੜੇ ਸਖਤ ਡਿਸੀਜਨ ਨੇ ਉਹ ਉਹਨਾਂ ਨੂੰ ਲੈ ਕੇ, ਹਾਲਾਂਕਿ ਗੁਰਦੁਆਰਾ ਕਮੇਟੀ ਦੇ ਵਿੱਚ ਜਿਹੜਾ ਫਾਇਦਾ ਤੇ ਬਹੁਤ ਹੋਇਆ ਹੈ, ਇੱਕ ਆਪਾਂ ਕਹਿ ਸਕਦੇ ਹਾਂ ਅਪ੍ਰਯਾਸ਼ਿਤ ਵ੍ਰਿੱਧੀ ਹੋਈ ਹੈ, ਗੋਲਕ ਦੀ ਰਕਮ ਨੂੰ ਲੈ ਕੇ ਬਹੁਤ ਜ਼ਿਆਦਾ ਵ੍ਰਿੱਧੀ ਹੋਈ ਹੈ, ਹੋਰ ਕਈ ਚੀਜ਼ਾਂ ਦੇ ਵਿੱਚ ਤੁਹਾਡੇ ਡਿਸੀਜਨ ਬੜੇ ਵਧੀਆ ਕਾਰਗਰ ਸਾਬਤ ਹੋਏ ਨੇ, ਲੇਕਿਨ ਅਫਵਾਹ ਵੀ ਉੱਡੀ ਜਾ ਕਿ ਤੁਹਾਨੂੰ ਬਹੁਤ ਮੁਸ਼ਕਿਲ ਝੇਲਿਆ ਜਾ ਰਿਹਾ। 1 ਸਾਲ ਹੀ ਬੜੀ ਮੁਸ਼ਕਿਲ ਝੇਲਿਆ ਜਾਣਾ, ਉਸ ਤੋਂ ਬਾਅਦ ਤੁਹਾਨੂੰ ਹਟਾ ਦਿੱਤਾ ਜਾਣਾ। ਜਿਹੜੇ ਮੇਰੇ ਵਾਸਤੇ ਤੁਸੀਂ ਸ਼ਬਦ ਕਹਿੰਦੇ, ਮੈਂ ਉਹਨਾਂ ਵਾਸਤੇ ਧੰਨਵਾਦ ਦੇਣਾ। ਮੈਂ ਤਾਂ ਸੰਗਤ ਦਾ ਨੌਕਰ ਹੈਗਾ, ਬਾਬੇ ਨਾਨਕ ਦੇ ਘਰ ਦਾ ਕੁੱਕਰ ਹੈਗਾ। ਜਦੋਂ ਤੱਕ ਸੰਗਤ ਦਾ ਸਮਰਥਨ ਹੈਗਾ ਮੈਂ ਕੰਮ ਕਰ ਰਿਹਾ, ਔਰ ਜਦੋਂ ਮੈਨੂੰ ਸੰਗਤ ਦੇ ਚੁਣੇ ਹੋਏ ਡਾਇਰੈਕਟਰ ਕਹਿੰਦੇ ਨੇ ਕਿ ਤੁਹਾਡੇ ਖਿਲਾਫ ਇੰਨੇ ਵੋਟ ਹੈਗੇ ਨੇ ਔਰ ਤੁਸੀਂ ਹੁਣ ਸੇਵਾ ਦੇ ਕਾਬਿਲ ਨਹੀਂ ਹੈਗੇ, ਉਦੋਂ ਤੱਕ ਸਾਡੀ ਸੇਵਾ ਪ੍ਰਵਾਨ ਕਰੋ। ਤੇ ਆਪਾਂ ਨੂੰ ਉਸ ਚੀਜ਼ ਦੀ ਪਰਵਾਹ ਕੋਈ ਨਹੀਂ ਹੈਗੀ। ਉਹਦਾ ਚਲਾ ਜਾ, ਕੋਈ ਪਰਵਾਹ ਨਹੀਂ ਹੈ। ਨਹੀਂ, ਕੋਈ ਪਰਵਾਹ ਨਹੀਂ ਹੈਗੀ। ਆਪਾਂ ਜਿੰਨੇ ਦਿਨ ਹੈਗੇ ਉਹਨੇ ਦਿਨ ਆਪਾਂ ਕੇਵਲ ਆਪਣੇ ਸਹੀ ਸਟੈਂਡ ਤੇ ਕਾਇਮ ਰਵਾਂਗੇ। ਸੰਗਤ ਨੂੰ ਵਿਸ਼ਵਾਸ ਜਤਾਉਂਦੇ ਕਿ ਉਹਦੇ ਦਾ ਕੋਈ ਲਾਲਚ ਨਹੀਂ ਹੈ। ਜਿਹੜੇ ਜਿਹੜੇ ਤੁਹਾਡੇ ਜਿਹੜੇ ਡਿਸੀਜਨ ਲਏ ਜਾਣਗੇ ਉਹ ਸੰਗਤ ਦੇ ਹਿੱਤ ਵਿੱਚ ਲਏ ਜਾਣਗੇ। ਬਿਲਕੁਲ। ਜੋ ਮੈਂ ਮੇਰੇ ਹਰ ਡਿਸੀਜਨ ਨੂੰ ਤੁਸੀਂ ਸਵਾਲ ਕਰ ਸਕਦੇ ਹੋ ਕਿ ਇਹ ਡਿਸੀਜਨ ਤੁਹਾਡਾ ਗਲਤ ਹੈਗਾ, ਕਿਉਂ ਲਿਆ ਗਿਆ ਹੈ। ਮੈਂ ਸੰਗਤ ਦੇ ਸਾਹਮਣੇ ਜਦੋਂ ਵੀ ਕਹੋਗੇ, ਅੱਜ ਵੀ ਤੁਸੀਂ ਮੈਨੂੰ ਟੁੱਟਦੇ ਹੋਏ ਪਕੜ ਲਿਆ ਤੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੈਗਾ ਔਰ ਹਮੇਸ਼ਾ ਹਾਜ਼ਰ ਰਵਾਂਗਾ। ਬਿਲਕੁਲ ਜੀ, ਇਹ ਬੜੀ ਹਿੰਮਤ ਵਾਲੀ ਗੱਲ ਹੈ। ਡਾਕਟਰ ਸਾਹਿਬ ਕੋਲ ਆਉਂਦੇ ਆ ਕਿ ਡਾਕਟਰ ਸਾਹਿਬ ਨੇ ਕਿਹਾ ਕਿ ਜਦੋਂ ਵੀ ਸੰਗਤ ਚਾਹੇਗੀ ਇਹਨਾਂ ਤੋਂ ਜਵਾਬ ਲੈਣ ਲਈ ਤੁਰੰਤ ਹਾਜ਼ਰ ਹੋ ਜਾਣਗੇ। ਹਾਲਾਂਕਿ ਇਸ ਦੌਰਾਨ ਅਸੀਂ ਕਈ ਡਾਇਰੈਕਟਰਾਂ ਨੂੰ ਕਾਲ ਕੀਤੀ ਹੈ ਜਿਨ੍ਹਾਂ ਨੇ ਸਿਗਨੇਚਰ ਨਹੀਂ ਕੀਤੇ ਕਿ ਤੁਸੀਂ ਆਓ ਸੰਗਤ ਦੇ ਵਿੱਚ, ਤੁਹਾਨੂੰ ਸੰਗਤ ਦੇ ਸਵਾਲ ਨੇ ਉਹ ਸੰਗਤ ਜਵਾਬ ਚਾਹੁੰਦੀ ਹੈ, ਲੇਕਿਨ ਅਜੇ ਤੱਕ ਸਾਡੇ ਕੋਲ ਨਹੀਂ ਹੈ। ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਉਹ ਆਣਗੇ ਇਕੱਠੇ, ਵੇਟ ਕਰ ਰਹੇ ਆ ਉਹਨਾਂ ਦੀ, ਕਿਉਂ ਨਹੀਂ ਉਹ ਨਵੀਨੀਕਰਨ ਦੇ ਵਿੱਚ ਸਿਗਨੇਚਰ ਕਰ ਰਹੇ। ਡਾਕਟਰ ਸਾਹਿਬ ਜੀ, ਕੀ ਵਿਸ਼ਵਾਸ ਜਤਾਉਂਦੇ ਹੋ ਇਹ ਜਿਹੜਾ ਗਤਰੋਧ ਚੱਲ ਰਿਹਾ ਹੈ, ਜਿਹੜਾ 6 ਲੱਖ ਰੁਪਇਆ ਪਰ ਮੰਥ ਦਾ ਨੁਕਸਾਨ ਹੋ ਰਿਹਾ ਹੈ, ਤੁਸੀਂ ਆਪਣੇ ਤਰਫੋਂ ਕਿਸ ਤਰ੍ਹਾਂ ਦੇ ਸਖਤ ਡਿਸੀਜਨ ਲਓਗੇ ਅਗਰ ਇਹ ਜਿਹੜਾ ਆਪਸੀ ਤਾਲਮੇਲ ਨਹੀਂ ਹੋ ਪਾਉਂਦਾ? ਦੇਖੋ, ਦੇਰ ਆਏ ਦੁਰੁਸਤ ਆਏ, ਮੇਰੇ ਵਿਚਾਰ ਨਾਲ ਇਹ ਠੀਕ ਹੋ ਜਾਏਗਾ। ਡਾਇਰੈਕਟਰਾਂ ਵਿੱਚ ਵੀ ਸਦਬੁੱਧੀ ਆਏਗੀ, ਬਾਬਾ ਨਾਨਕ ਆਪਣੇ ਆਪ ਸੁਮਤ ਦੇਵੇਗਾ ਔਰ ਸਿਗਨੇਚਰ ਹੋ ਜਾਣਗੇ। ਲੇਕਿਨ ਅਗਰ ਕਿਸੇ ਕਾਰਨ ਬਹੁਤ ਲੰਬੇ ਟਾਈਮ ਤੱਕ ਨਹੀਂ ਹੁੰਦੇ ਤਾਂ ਉਹਦੇ ਲੀਗਲ ਰੈਮੇਡੀਜ਼ ਹੈਗੀਆਂ ਨੇ। ਮੈਂ ਇਸ ਬਾਰੇ ਚ ਮੈਂ ਅੱਜ ਅਸਲ ਵਿੱਚ ਆਊਟ ਨਹੀਂ ਕਰਨਾ ਚਾਹੁੰਦਾ ਇਸ ਗੱਲ ਨੂੰ। ਸਾਰਾ ਮੰਥਨ ਤੁਸੀਂ ਕੀਤਾ ਹੋਇਆ। ਮੇਰਾ ਬਸ ਠੀਕ ਨਹੀਂ ਹੋਏਗਾ, ਡਾਇਰੈਕਟਰਾਂ ਵਾਸਤੇ ਵੀ, ਕਿਸੇ ਨੂੰ ਵੀ, ਕਿਉਂਕਿ ਇਹ ਚੀਜ਼ਾਂ ਨਹੀਂ ਬੋਲਣੀਆਂ ਚਾਹੀਦੀਆਂ, ਪ੍ਰੀ ਮੈਚੁਰ ਚੀਜ਼ਾਂ ਨੇ। ਬਿਲਕੁਲ ਜੀ। ਸੰਗਤ ਜੀ, ਤੁਸੀਂ ਆਪਣੇ ਕਮੈਂਟ ਇਹਦੇ ਵਿੱਚ ਜਰੂਰ ਪਾਉਂਦੇ ਜਾਏ, ਤੁਹਾਡੇ ਮੁਤਾਬਕ ਡਾਕਟਰ ਸਾਹਿਬ ਦੀ ਸ਼ਖਸੀਅਤ ਜਿਹੜੀ ਹੈ ਉਹ ਤੁਸੀਂ ਕਿੱਦਾਂ ਦੇਖਦੇ ਹੋ? ਜਦੋਂ ਦੇ ਨਾਨਕ ਮੱਤਾ ਸਾਹਿਬ ਦੇ ਅਧਿਅਕਸ਼ ਬਣੇ ਨੇ, ਤੁਹਾਡੇ ਮੁਤਾਬਕ ਇਹਨਾਂ ਦੇ ਕਾਰਜਕਾਲ ਕਿਸ ਤਰ੍ਹਾਂ ਦੇ? ਕਿ ਜਿਹੜੀ ਸੰਗਤ ਜਿਹੜੀ ਹੈ ਉਹ ਰੱਬ ਦਾ ਰੂਪ ਹੈ, ਸੰਗਤ ਦੇ ਵਿਚਾਰ ਜਿਹੜੇ ਨੇ ਬੜੇ ਮਾਇਨੇ ਰੱਖਦੇ ਨੇ। ਤੁਸੀਂ ਆਪਣੇ ਵਿਚਾਰ ਇਹਦੇ ਵਿੱਚ ਜਰੂਰ ਰੱਖਦੇ ਜਾਏ ਜੇ। ਡਾਕਟਰ ਸਾਹਿਬ ਜੀ, ਗੁਰਦੁਆਰਾ ਨਾਨਕ ਮੱਤਾ ਸਾਹਿਬ ਦੀ ਜਿਹੜੀ ਧਰਤੀ ਹੈ, ਉੱਤਰ ਭਾਰਤ ਦੇ ਸਭ ਤੋਂ ਵੱਡੇ ਤੀਰਥ ਸਥਾਨ ਹੋਣ ਦਾ ਇਸ ਸਥਾਨ ਨੂੰ ਮਾਣ ਪ੍ਰਾਪਤ ਹੈ। ਯੂਪੀ ਅਤੇ ਉੱਤਰਾਖੰਡ ਦੇ ਸਿੱਖਾਂ ਦੀ ਰਹਿਨੁਮਾਈ ਕੀਤੀ ਜਾਂਦੀ ਹੈ ਇੱਥੋਂ ਦੀ, ਤੇ ਕਿਉਂ ਨਹੀਂ? ਆਖਰ ਉੱਥੇ ਨਾ ਤੇ ਸੋਰਸਸ ਦੀ ਕਮੀ ਹੈ,
ਨਾ ਤੇ ਮਾਇਆ ਦੀ ਕਮੀ ਹੈ। ਅਸੀਂ ਜਦੋਂ ਬਾਹਰ ਜਾਂਦੇ ਆ, ਬਾਹਰ ਗੁਰਦੁਆਰਿਆਂ ਦੇ ਵਿੱਚ ਇੰਨੇ ਵੱਡੀਆਂ ਬਿਲਡਿੰਗਾਂ ਨੇ, ਇੰਨੇ ਵਧੀਆ ਰਿਹਾਇਸ਼ਾਂ ਦੇ ਪ੍ਰਬੰਧ ਨੇ, ਕਿਸ ਤਰ੍ਹਾਂ ਦੀ ਗ੍ਰੀਨਰੀ ਹੈ ਵਧੀਆ। ਆਖਰ ਤੁਹਾਡੇ ਕੋਲ ਕੀ ਰੋਡ ਮੈਪ ਹੈ ਇਸ ਸਥਾਨ ਦੇ ਲਈ, ਡਿਵੈਲਪਮੈਂਟ ਲਈ, ਕੀ ਸੰਗਤ ਨੂੰ ਦੱਸਣਾ ਚਾਹੋਗੇ? ਦੇਖੋ, ਬਹੁਤ ਹੀ ਅੱਛਾ ਸਵਾਲ ਹੈ, ਇਹ ਅਸਲੀ ਸਵਾਲ ਹੈਗਾ ਹੈ। ਜੀ ਜੀ। ਜਦੋਂ ਸਾਡੀ ਕਮੇਟੀ ਬਣਾਈ ਗਈ ਹੈ, ਮੇਰੀ ਬਹੁਤ ਹੀ ਇੱਛਾ ਸੀ ਕਿ ਅਸੀਂ ਇਸ ਪਾਸੇ ਕੰਮ ਕਰੀਏ। ਅਸੀਂ ਇੱਕ ਮਾਸਟਰ ਪਲਾਨ ਬਣਾਉਣ ਵਾਸਤੇ ਆਰਕੀਟੈਕਟ ਕੀਤਾ ਸੀ। ਦੁਰਭਾਗਯ ਨਾਲ ਇਹਨਾਂ ਲੜਾਈਆਂ ਦੇ ਕਾਰਨ ਉਸ ਤੋਂ ਅੱਗੇ ਕਾਰਵਾਈ ਨਹੀਂ ਵੱਧ ਪਾਈ। ਔਰ ਅਸੀਂ ਬਾਹਰ ਵੀ ਜਾਣੇ, ਵੱਡੇ ਵੱਡੇ ਗੁਰਦੁਆਰੇ ਵਿੱਚ ਬਹੁਤ ਸੁਵਿਧਾ ਹੈਗੀਆਂ ਨੇ। ਔਰ ਅਸੀਂ ਚਾਹੁੰਦੇ ਸੀ ਕਿ ਸਾਡੇ ਉੱਤਰੀ ਭਾਰਤ ਵਿੱਚ, ਖਾਸ ਤੌਰ ਪਰ ਉੱਤਰ ਪ੍ਰਦੇਸ਼ ਔਰ ਉੱਤਰਾਖੰਡ ਵਿੱਚ, ਇਹ ਬਹੁਤ ਹੀ ਵੱਡਾ ਤੀਰਥ ਸਥਾਨ ਹੈ। ਸਾਡੇ ਵਾਸਤੇ ਇਹ ਬਹੁਤ ਵੱਡਾ ਤਖਤ ਹੈ। ਔਰ ਮੈਂ ਚਾਹੁੰਦਾ ਸੀ ਕਿ ਇੱਥੇ ਉਸ ਤੋਂ ਵੀ ਅੱਛੀਆਂ ਸੁਵਿਧਾ ਹੋਣ, ਔਰ ਨਾ ਕੇਵਲ ਗੁਰੂ ਘਰ ਦੇ ਅੰਦਰ ਸੁਵਿਧਾ ਹੋਣ, ਬਲਕਿ ਅਸੀਂ ਐਜੂਕੇਸ਼ਨ ਵਿੱਚ, ਮੈਡੀਕਲ ਵਿੱਚ, ਹੁਣੇ ਤੁਸੀਂ ਦੇਖਿਆ ਕਿ ਆਪਾਂ ਮੈਡੀਕਲ ਵਿੱਚ ਪਹਿਲੀ ਵਾਰੀ ਇੱਕ ਦੁਰਘਟਨਾ ਹੋਈ ਸੀ, ਖਾਸ ਤੌਰ पे ਕਿਉਂਕਿ ਉਹ ਗੁਰਦੁਆਰੇ ਜਾ ਰਹੀ ਸੀ ਸੰਗਤ। ਔਰ ਇਹ ਮੰਨ ਕੇ ਕਿ ਇਹ ਇੱਕ ਸੰਗਤ ਹੈਗੀ ਜਿਹੜੇ ਗੁਰਦੁਆਰੇ ਮੱਥਾ ਟੇਕਦੀ ਹੈ, ਗੋਲਕ ਤੇ ਪਹਿਲਾ ਅਧਿਕਾਰ ਇਹਨਾਂ ਦਾ ਹੈ। ਆਪਾਂ ਉਹਨਾਂ ਨੂੰ ਉਹ ਸੁਵਿਧਾ ਦਿੱਤੀ ਸੀ ਮੈਡੀਕਲ ਦੀ। ਬਿਲਕੁਲ ਜੀ। ਮੈਂ ਫਿਰ ਵੀ ਦੱਸ ਦਿਆਂ, ਕੁਝ ਲੋਕਾਂ ਨੂੰ ਜਾਣਕਾਰੀ ਨਹੀਂ ਹੈ। ਸਿਰਸਾ ਟਰਾਲੀ ਹਾਦਸਾ ਜਿਹੜਾ ਹੋਇਆ ਸੀ, ਜਿਹਦੇ ਵਿੱਚ 7-8 ਲੋਕਾਂ ਦੀ ਜਾਨ ਗਈ ਸੀ, ਜਿਹਦੇ ਵਿੱਚ ਕਈ ਜਣੇ ਫੱਟੜ ਹੋਏ ਸੀ, ਛੋਟੇ ਛੋਟੇ ਬੱਚੇ ਬੜੀ ਬੁਰੀ ਤਰੀਕੇ ਨਾਲ ਘਾਇਲ ਹੋਏ ਸੀ। ਗੁਰੂ ਘਰ ਜਾ ਰਹੇ ਸੀ ਨਾਨਕ ਮੱਤਾ ਸਾਹਿਬ, ਉਹਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਮੱਤਾ ਨੇ ਜੋ ਕਾਰਜ ਕੀਤੇ ਨੇ, ਉਹ ਇੱਕ ਇਤਿਹਾਸ ਬਣ ਗਿਆ। ਪੂਰਾ VIP ਟ੍ਰੀਟਮੈਂਟ ਉਹਨਾਂ ਨੂੰ ਤੁਰੰਤ ਦਿਲਵਾਇਆ, ਜਿਹਦੇ ਨਾਲ ਕਈ ਜਾਨਾਂ ਬਚਾਉਣ ਵਿੱਚ ਗੁਰਦੁਆਰਾ ਕਮੇਟੀ ਜਿਹੜੀ ਏ ਉਹ ਕਾਮਯਾਬ ਹੋਈ ਹੈ, ਜਿਹਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ਼ਲਾਘਾ ਕੀਤੀ ਗਈ ਹੈ। ਬਹੁਤ ਸੋਹਣਾ ਉਪਰਾਲਾ ਇਸ ਕਮੇਟੀ ਦਾ ਰਿਹਾ ਜੀ। ਫਿਊਚਰ ਪਲਾਨਿੰਗ ਤੁਸੀਂ ਤੇ ਮੈਂ ਇਹੀ ਦੱਸਣਾ ਚਾਹ ਰਿਹਾ ਸੀ ਕਿ ਆਪਾਂ ਜਿਹੜੀ ਸੁਵਿਧਾ ਦਿੱਤੀ ਸੀ, ਉਹ ਲੋਕ ਉਹਨੂੰ ਅਫੋਰਡ ਨਹੀਂ ਕਰ ਸਕਦੇ ਸੀ ਕਦੀ ਵੀ। ਉਸ ਤਰ੍ਹਾਂ ਦਾ ਟ੍ਰੀਟਮੈਂਟ ਉਹ ਜਿਸ ਟਾਈਮ ਗਏ ਸੀ, ਉਹ ਰੇਤਾ ਬਜਰੀ ਉਹਨਾਂ ਦੇ ਪੱਟੀਆਂ ਦੇ ਅੰਦਰ ਬਹੁਤ ਜ਼ਿਆਦਾ ਬੁਰੀ ਤੇ ਡੈਮੇਜ ਸੀ। ਕਿਉਂਕਿ ਮੈਂ ਬਹੁਤ ਨੇੜਿਓਂ ਮੈਂ ਕਵਰ ਕੀਤਾ ਹੈ। ਇੱਕ ਪੇਸ਼ੈਂਟ ਨੂੰ ਤਾਂ ਮੈਂ ਆਪਣੀ ਗੱਡੀ ਵਿੱਚ ਵੀ ਬਿਠਾ ਕੇ ਲੈ ਗਿਆ ਸੀਗਾ, ਇਸ ਤਰ੍ਹਾਂ ਦੇ ਹਾਲਾਤ ਸੀ ਉਹ। ਹਾਂ, ਉਸ ਤੋਂ ਬਾਅਦ ਆਪਾਂ ਐਜੂਕੇਸ਼ਨ ਵਾਲਿਆਂ ਨੂੰ ਸਨਮਾਨਿਤ ਕੀਤਾ ਸੀ, ਜਿਹੜੇ ਆਪਣੇ ਬੋਰਡ ਦੇ ਅੱਛੇ ਨੰਬਰਾਂ ਤੋਂ ਸਿੱਖਾਂ ਦੇ ਬੱਚੇ ਜਿਹੜੇ ਨਿਕਲੇ ਸੀ, ਉਹਨਾਂ ਨੂੰ, ਗੁਰਸਿੱਖਾਂ ਨੂੰ ਆਪਾਂ ਸਨਮਾਨਿਤ ਕੀਤਾ। ਉਹੀ ਤੁਹਾਡਾ ਬਹੁਤ ਵਧੀਆ ਉਪਰਾਲਾ ਰਿਹਾ। ਔਰ ਅੱਗੇ ਇੱਛਾ ਹੈਗੀ ਸੀ ਕਿ ਆਪਾਂ ਸਿੱਖਿਆ, ਧਰਮ ਪ੍ਰਚਾਰ ਤੇ ਮੈਡੀਕਲ, ਔਰ ਸਭ ਤੋਂ ਵੱਡੇ ਗੁਰਦੁਆਰੇ ਦੇ ਅੰਦਰ ਸੁਵਿਧਾ, ਇਹਨਾਂ ਸਭ ਦੇ ਅੰਦਰ ਬਹੁਤ ਜ਼ਿਆਦਾ ਕੰਮ ਕਰੀਏ। ਪਰ ਇਹ ਜਿਹੜੇ ਪਵਾੜੇ ਹੈਗੇ ਨੇ ਰੋਜ਼ ਦਿਨ ਦਿੰਦੇ, ਇਹਨਾਂ ਤੋਂ ਬਾਹਰ ਨਿਕਲੀਏ ਤੇ ਬਾਕੀ ਕੰਮ ਕਰੇ। ਪਿਛਲੇ 5 ਸਾਲ ਜਿਹੜੀ ਕਮੇਟੀ ਰਹੀ ਏ, ਉਹਦੇ ਵਿੱਚ ਵੀ ਤੁਸੀਂ ਵੇਖਿਆ ਹੋਣਾ ਕਿਸ ਤਰ੍ਹਾਂ ਦੇ ਮਤਲਬ ਮੈਸੇਜ ਵਧੀਆ ਨਹੀਂ ਗਏ। ਕਮੇਟੀ ਵਿੱਚ ਰਿਹਾ ਕਿ ਆਪਸੀ ਲੜਾਈ ਕਰਕੇ ਕਰੋੜਾਂ ਦਾ ਨੁਕਸਾਨ ਸੰਗਤ ਦਾ ਹੋ ਗਿਆ। ਡਾਕਟਰ ਸਾਹਿਬ ਜੀ, ਦੁੱਖ ਹੁੰਦਾ ਹੈ ਕਿ ਤੁਸੀਂ ਆਏ ਸੀ ਸੇਵਾ ਕਰਨ ਤੇ ਲੜਾਈਆਂ 'ਚ ਪੈ ਗਏ ਹੋ, ਡਾਇਰੈਕਟਰਾਂ ਦੀ ਆਪਸੀ ਲੜਾਈ ਦੇ ਵਿੱਚ, ਤੇ ਕੰਮ ਤੁਸੀਂ ਨਹੀਂ ਕਰ ਪਾ ਰਹੇ। ਇਹਦੇ ਲਈ ਜ਼ਿੰਮੇਦਾਰ ਕਿਹਨੂੰ ਮੰਨਦੇ ਹੋ? ਦੇਖੋ, ਸਭ ਤੋਂ ਪਹਿਲੇ ਤਾਂ ਮੈਂ ਇਸ ਜ਼ਿੰਮੇਦਾਰੀ ਨੂੰ ਆਪ ਵੀ ਮੰਨਣਾ, ਆਪਣੇ ਆਪ ਨੂੰ ਵੀ, ਕਿਉਂਕਿ ਮੈਂ ਜਦੋਂ ਆਇਆ ਸੀ ਮੈਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਕਿ ਗੁਰਦੁਆਰੇ ਨਾਨਕ ਮੱਤਾ ਸਾਹਿਬ ਵਿੱਚ ਬਹੁਤ ਲੰਬੇ ਟਾਈਮ ਤੋਂ ਲੜਾਈਆਂ ਔਰ ਵਿਵਾਦ ਹੈਗੇ ਨੇ, ਔਰ ਮੈਂ ਕਿੱਥੇ ਜਾ ਰਿਹਾ ਮੈਨੂੰ ਇਸ ਗੱਲ ਦਾ ਆਈਡੀਆ ਸੀ। ਪਰ ਮੇਰੀ ਪੂਰੀ ਕੋਸ਼ਿਸ਼ ਹੈ ਕਿ ਆਪਾਂ ਇਸ ਵਿਵਾਦ ਨੂੰ ਕਿਸੇ ਤਰੀਕੇ ਮੁਕਾਈਏ, ਖਤਮ ਕਰੀਏ, ਆਗਾਂ ਵਾਸਤੇ ਇੱਕ ਨਜ਼ੀਰ ਪੇਸ਼ ਕਰੀਏ। ਕੋਸ਼ਿਸ਼ ਵੀ ਹੈ। ਅੱਜ ਮੈਂ ਇਹ ਨਹੀਂ ਸਮਝਦਾ, ਮੈਂ ਨਿਰਾਸ਼ ਨਹੀਂ ਹੈਗਾ। ਦੇਖੋ, ਜਿਹੜੇ ਦੋਨੋਂ ਗੁੱਟ ਹੈਗੇ ਸੀ, ਇਹ ਇੱਕ ਦੂਜੇ ਨਾਲ ਗੱਲ ਕਰਕੇ ਵੀ ਰਾਜੀ ਨਹੀਂ ਸੀ, ਬੈਠਣਾ ਤਾਂ ਦੂਰ ਦੀ ਗੱਲ ਹੈ। ਅੱਛਾ, ਇਸ ਤਰ੍ਹਾਂ ਦੇ ਹਾਲਾਤ ਸੀ। ਇੱਕ ਜਗ੍ਹਾ ਨੂੰ ਵੇਖੋ, ਕਿੰਨੇ ਅਫਸੋਸਜਨਕ ਗੱਲ ਹੈ। ਡਾਕਟਰ ਸਾਹਿਬ ਨੇ ਕਿਹਾ ਕਿ ਮੰਨ ਲਓ ਉੱਥੇ 2 ਗੁੱਟ ਨੇ, ਮਤਲਬ ਆਪਸ ਵਿੱਚ ਬੈਠ ਕੇ ਵੀ ਰਾਜੀ ਨਹੀਂ ਸੀ, ਤੇ ਅਸੀਂ ਉੱਥੋਂ ਦੀ ਫਿਰ ਉਮੀਦ ਕੀ ਕਰ ਸਕਦੇ ਹਾਂ? ਅਗਰ ਮੰਨ ਲਓ ਡਾਇਰੈਕਟਰ ਜਿਹੜੇ ਬੈਠ ਕੇ ਹੀ ਰਾਜੀ ਨਹੀਂ ਆਪਸ ਵਿੱਚ। ਅੱਜ ਮੈਂ ਕਹਿ ਸਕਣਾ, ਸਿੱਖਿਆ ਸਮਿਤੀ ਨੂੰ ਅਗਰ ਇੱਕ ਪਾਸੇ ਛੱਡ ਦਈਏ ਤਾਂ ਜਿਹੜੀ ਬਾਕੀ ਕਮੇਟੀਆਂ ਨੇ ਉਹ ਬਹੁਤ ਹੀ ਅੱਛਾ ਖੂਬਸੂਰਤੀ ਨਾਲ ਫੰਕਸ਼ਨ ਕਰ ਰਹੀਆਂ ਨੇ। 4-4 ਮੈਂਬਰਾਂ ਦੀ ਕਮੇਟੀਆਂ, ਸਬ ਕਮੇਟੀਆਂ ਨੇ, ਜਿਹਦੇ ਤੋਂ 2 ਇੱਕ ਗੁੱਟ ਤੋਂ ਨੇ, 2 ਦੂਜੇ ਗੁੱਟ ਤੋਂ ਨੇ, ਔਰ 4-4 ਦੀ ਹੁਣੇ ਨਵਾਂ ਸਮਾਨ ਆਇਆ ਲੰਗਰ ਵਿੱਚ, ਕਿੰਨੇ ਸਾਲਾਂ ਬਾਅਦ ਰੋਟੀਆਂ ਬਣਾਉਣ ਦੀ ਮਸ਼ੀਨ ਆਈ, ਸਬਜ਼ੀਆਂ ਕੱਟਣ ਦੀ ਮਸ਼ੀਨਾਂ ਆਈਆਂ। ਅਜੇ ਬਹੁਤ ਸਾਰੇ ਕੰਮ ਅਜੇ ਪਾਈਪਲਾਈਨ ਚ ਜੋ ਹੋਰ ਵੀ ਹੋਣੇ ਨੇ। ਤੇ ਕਹਿਣ ਦਾ ਮਤਲਬ ਹੈ ਕਿ ਮੈਂ ਆਸ਼ਾਵਾਦੀ ਹੈਗਾ, ਉਸ ਤੋਂ ਬਾਵਜੂਦ ਵੀ ਇਹਨੇ ਉਮੀਦ ਹੈਗੀ ਹੈ। ਹਾਂ, ਮੈਂ ਪੂਰਾ ਨਿਰਾਸ਼, ਮੈਂ ਆਸ ਛੱਡੀ ਨਹੀਂ। ਮੇਰਾ ਮਤਲਬ ਹੈ ਕਿ ਅਜੇ ਵੀ ਆਸ ਹੈਗੀ ਹੈ ਕਿ ਸਾਡੇ ਡਾਇਰੈਕਟਰ ਸਾਰੇ ਸਮਝਦਾਰ ਹੈਗੇ ਨੇ। ਵੈਸੇ ਸਾਰੇ ਜਿਹੜੇ ਹੈਗੇ ਨਾ, ਮੈਂ ਇਹ ਨਹੀਂ ਕਹਿੰਦਾ ਕਿ ਉਹ ਇੱਕ ਕਹਿ ਸਕਣਾ ਬੈਕਗ੍ਰਾਉਂਡ ਕਰਕੇ ਜਾਂ ਜਿਵੇਂ ਵੀ ਹੈਗਾ ਉਹ ਕੁਐਸਚਨ ਬਣੇ ਹੋਏ ਨੇ, ਲੇਕਿਨ ਮੈਨੂੰ ਪੂਰੀ ਵਿਸ਼ਵਾਸ ਹੈਗਾ ਕਿ ਸਾਡੇ ਸਾਰੇ ਡਾਇਰੈਕਟਰ ਮਿਲ ਕੇ ਸਮੱਸਿਆ ਦਾ ਸਮਾਧਾਨ ਢੂੰढ ਲੈਣਗੇ। ਔਰ ਜਿਵੇਂ ਇਹ ਗਤਰੋਧ ਖਤਮ ਹੁੰਦਾ ਹੈ, ਅਗਾ ਫਿਰ ਅਸੀਂ ਫਿਰ ਤੋਂ ਅੱਛੇ ਪਾਸੇ
सारे लगन और कुछ करके दिखाया जाए। ਡਾਕਟਰ ਸਾਹਿਬ ਜੀ, ਗੁਰਦੁਆਰਾ ਨਾਨਕ ਮੱਤਾ ਸਾਹਿਬ ਕੋਲ ਸੋਰਸਸ ਦੀ ਕੋਈ ਕਮੀ ਨਹੀਂ ਹੈ, ਇਨਕਮ ਦੀ ਕੋਈ ਕਮੀ ਨਹੀਂ ਹੈ, ਮਾਇਆ ਦੀ ਕੋਈ ਕਮੀ ਨਹੀਂ ਹੈ। ਆਖਰ ਅਗਰ ਡਾਇਰੈਕਟਰ ਜਿਹੜੇ ਨੇ ਆਪਸੀ ਲੜਾਈ ਵਿੱਚ ਨਾ ਪੈ ਕੇ ਅਗਰ ਉਹੀਓ એનર્ਜੀ ਉਹੀਓ ਪੂਰੀ એનર્ਜੀ ਗੁਰੂ ਘਰ ਦੇ ਲਈ ਲਗਾਉਣ ਤੇ ਉੱਥੇ ਕਿਸ ਤਰ੍ਹਾਂ ਦੇ ਸਿੱਟੇ ਨਿਕਲ ਸਕਦੇ ਨੇ? ਤੁਹਾਡੇ ਕੋਲ ਰੋਡ ਮੈਪ ਕੀ ਹੈ? ਨਹੀਂ, ਰੋਡ ਮੈਪ ਤਾਂ ਸਾਰੇ ਹੈਗੇ ਨੇ। ਮੈਂ ਬਰੀਫ ਵਿੱਚ ਦੱਸਿਆ ਹੈ ਕਿ ਆਪਾਂ ਸਭ ਤੋਂ ਪਹਿਲੇ ਤਾਂ ਇੱਕ ਮਾਸਟਰ ਪਲਾਨ ਦੀ ਲੋੜ ਹੈਗੀ ਹੈ ਕਿ ਆਪਾਂ ਜਿੰਨੇ ਵੀ ਰਿਸੋਰਸਸ ਲਗਾਣੇ ਹੈਗੇ ਉਹਦੀ ਕੋਈ ਡਾਇਰੈਕਸ਼ਨ ਨਹੀਂ ਹੈਗੀ। ਪੈਸਾ ਬਹੁਤ ਮਾਇਆ ਹੁੰਦੀ ਹੈ, ਨਿਕਲ ਜਾਂਦੀ ਹੈ, ਚਲੀ ਜਾਂਦੀ ਹੈ। ਤੇ ਅਗਰ ਜਦੋਂ ਆਪਣੇ ਕੋਲ ਰੋਡ ਮੈਪ ਹੋਏਗਾ, ਇੱਕ ਮਾਸਟਰ ਪਲਾਨ ਹੋਏਗਾ, ਆਪਾਂ ਇੱਕ ਵਾਰੀ ਕੋਈ ਚੀਜ਼ ਬਣਾਈਏ ਫਿਰ ਉਹਨੂੰ ਤੋੜੀਏ, ਫਿਰ ਬਣਾਈਏ ਤੋੜੀਏ, ਉਸ ਤੋਂ ਅੱਛਾ ਆਪਾਂ ਇੱਕ ਪਲਾਨ ਇੱਕ ਵਾਰ ਬਣਾ ਲਈਏ, ਮਤਲਬ ਲੰਬਾ 40-50 ਸਾਲ ਦਾ ਹਾਂ ਆਪਾਂ ਪਲਾਨ ਬਣਾਈਏ। ਪਲਾਨ ਦੇ ਹਿਸਾਬ ਨਾਲ ਹੀ ਚੀਜ਼ਾਂ ਜਿਹੜੀ ਹੈਗਾ ਖੜੀ ਕਰਦੇ ਜਾਈਏ ਤਾਂ ਕਿ ਅੱਜ ਤੋਂ 30-40 ਸਾਲ ਬਾਅਦ ਦੀ ਜ਼ਰੂਰਤਾਂ ਦੇ ਹਿਸਾਬ ਨਾਲ ਵੀ ਸਾਡੀ ਚੀਜ਼ਾਂ ਉੱਥੇ ਸੁਵਿਧਾ ਸਾਰੀ ਬਣਨ। ਉਸ ਤੋਂ ਇਲਾਵਾ ਜਿਹੜੇ ਬਾਕੀ ਸੈਕਟਰ ਹੈਗੇ ਨੇ, ਖਾਸ ਤੌਰ ਪਰ ਧਰਮ ਪ੍ਰਚਾਰ, ਤੁਹਾਡਾ ਐਜੂਕੇਸ਼ਨ ਤੇ ਆਪਣਾ ਮੈਡੀਕਲ, ਇਹਨਾਂ ਤਿੰਨਾਂ ਨੂੰ ਆਪਾਂ ਫੋਕਸ ਕਰਨਾ। ਪਿੱਛੇ ਅਸੀਂ ਉਹਨਾਂ ਨੂੰ ਵੀ ਮਦਦ ਕੀਤੀ ਹੈ, ਇੱਕ ਲੋਨ ਦਿੱਤਾ ਸੀ ਜਿਹਨੇ ਵਿਦੇਸ਼ ਜਾਣਾ ਸੀ ਬੱਚੇ ਨੂੰ ਵੀਜ਼ਾ ਵਾਸਤੇ, ਸਟੱਡੀ ਵਾਸਤੇ, ਸਿੱਖ ਬੱਚਿਆਂ ਨੂੰ। ਹਾਂ, ਉਹਨੇ ਵੀਜ਼ਾ ਵਾਸਤੇ ਉਹਨਾਂ ਨੂੰ ਮਦਦ ਚਾਹੀਦੀ ਸੀ, ਆਪਾਂ ਉਹਨਾਂ ਨੂੰ ਲੋਨ ਮੰਗਿਆ ਸੀ 2-3 ਮਹੀਨੇ ਦਾ, ਆਪਾਂ ਉਹਨਾਂ ਨੂੰ ਦਿੱਤਾ ਸੀ। ਉਹਨਾਂ ਦੇ ਪੈਰੈਂਟਸ ਨੇ ਕਿਤੋਂ ਪੈਸਾ ਉਦੋਂ ਅਰੇਂਜ ਨਹੀਂ ਹੋ ਪਾਇਆ ਸੀ। ਇਸ ਤਰੀਕੇ ਦੀ ਆਪਣੀ ਸਕੀਮਸ ਹੈਗੀਆਂ ਨੇ ਕਿ ਆਪਾਂ ਜਿਹੜੇ ਮੈਡੀਕਲ ਦੇ ਬੱਚੇ ਜਾਣਾ ਚਾਹੁੰਦੇ ਨੇ, ਕੋਈ IAS PCS ਦੀ ਤਿਆਰੀ ਵਿੱਚ ਜਾਣਾ ਚਾਹੁੰਦਾ ਹੈ ਜਾਂ ਇੰਜੀਨੀਅਰਿੰਗ ਕਰਨਾ ਚਾਹੁੰਦੇ ਨੇ ਜਾਂ ਕਿਸੇ ਹੋਰ ਮਤਲਬ ਅਗਰ ਗੁਰਸਿੱਖ ਹੈਗੇ ਨੇ ਪਿਓਰਿਟੀ ਤੌਰ ਤੇ ਉਹਨਾਂ ਨੂੰ ਮਦਦ ਕੀਤੀ ਜਾਏ। ਦੇਰ ਸਵੇਰ ਆਪਣੇ ਆਪ ਜਦੋਂ ਕੁਝ ਬਣਨਗੇ, ਆਪਣੇ ਆਪ ਗੁਰੂ ਘਰ ਦੀ ਮਾਇਆ ਆਏਗੀ ਤਾਂ ਰੀਸਰਕੂਲੇਟ ਹੁੰਦੀ ਰਹੇਗੀ। ਡਾਕਟਰ ਸਾਹਿਬ ਜੀ, ਤੁਸੀਂ ਸਾਡੇ ਲਈ ਇੱਥੇ ਰੋਲ ਮਾਡਲ ਹੈਗੇ ਹੋ, ਇਸ ਇਲਾਕੇ ਦੇ ਵਿੱਚ ਰੋਲ ਮਾਡਲ, ਕਿਉਂਕਿ ਤੁਸੀਂ ਜਿੰਨਾ ਅਹੁਦਿਆਂ ਤੇ ਪਹੁੰਚੇ ਹੋ। ਖਾਸ ਕਰਕੇ ਸਾਡੀ ਕਮਿਊਨਿਟੀ ਵਿੱਚੋਂ ਗਵਰਨਮੈਂਟ ਸੈਕਟਰ ਦੇ ਵਿੱਚ ਕੋਈ ਜਾਣ ਦਾ ਇੱਛੁਕ ਨਹੀਂ ਹੈ। ਤੁਸੀਂ ਇੱਕ ਵਧੀਆ ਉਪਲਬਧੀਆਂ ਹਾਸਲ ਕੀਤੀਆਂ ਨੇ, ਖੇਤਰ ਦਾ ਨਾਮ ਉੱਚਾ ਕੀਤਾ ਹੀ ਕੀਤਾ ਹੈ, ਸਿੱਖ ਕੌਮ ਦਾ ਵੀ ਨਾਮ ਉੱਚਾ ਕੀਤਾ ਹੈ। ਤੇ ਐਸਾ ਕਿਉਂ ਹੈ? ਤੁਹਾਨੂੰ ਕੀ ਲੱਗਦਾ ਹੈ ਕਿ ਸਾਡੇ ਗੁਰਸਿੱਖ ਬੱਚਿਆਂ ਦੇ ਵਿੱਚ ਐਸਾ ਰੁਝਾਨ ਕਿਉਂ ਨਹੀਂ ਹੈ? ਬਾਹਰ ਜਾਣ ਦਾ ਹੀ ਕਿਉਂ ਰੁਝਾਨ ਹੈ? ਜਿਸ ਤਰ੍ਹਾਂ ਗਵਰਨਮੈਂਟ ਸੈਕਟਰ ਜਾ ਕੇ ਬਹੁਤ ਵਧੀਆ ਉਪਲਬਧੀਆਂ ਹਾਸਲ ਕੀਤੀ ਜਾ ਸਕਦੀਆਂ ਨੇ, ਕੌਮ ਦੇ ਭਲਾਈ ਦੇ ਲਈ ਬੜੇ ਵਧੀਆ ਕਾਰਜ ਕੀਤੇ ਜਾ ਸਕਦੇ। ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਮੈਂ ਤਾਂ ਇਹੀ ਕਹਾਂਗਾ ਕਿ ਗੁਰਸਿੱਖ ਬੱਚਿਆਂ ਨੂੰ, ਆਪਣੇ ਸਿੱਖ ਨੂੰ ਹਰ ਸੈਕਟਰ ਵਿੱਚ ਜਾਣਾ ਚਾਹੀਦਾ ਹੈ ਔਰ ਖਾਸ ਤੌਰ ਪਰ ਜਿਹੜਾ ਆਪਣਾ ਪੋਲਿਟੀਕਲ ਤੇ ਐਡਮਿਨਿਸਟ੍ਰੇਟਿਵ ਲਾਈਨ ਹੈਗੀ ਹੈ ਉਹਦੇ ਵਿੱਚ ਅਹਿਮ ਅਹੁਦਿਆਂ ਤੇ ਬੈਠਣਾ ਚਾਹੀਦਾ ਹੈ, ਵੱਧ ਚੜ ਕੇ ਲੈਣਾ ਚਾਹੀਦਾ। ਹਾਂਜੀ, ਪਹਿਲੇ IAS IPS ਦਾ ਜਿਹੜਾ ਨੰਬਰ ਸੀ ਹੁਣ ਪਹਿਲੇ ਤੋਂ ਕਾਫੀ ਘਟ ਗਿਆ ਹੈ, ਬਹੁਤ ਘੱਟ ਹੈ। ਕੋਈ ਐਸਾ ਨਹੀਂ ਹੋ ਸਕਦਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਤਰ੍ਹਾਂ ਦੇ ਉਪਰਾਲੇ ਕਰੇ ਕਿ ਜਿਹੜੇ ਬੱਚੇ ਕਾਬਲ ਨੇ ਜਾਂ ਘਰੋਂ ਪੂਰੇ ਸਾਰੇ ਨਹੀਂ ਹੈ, ਉਹਨਾਂ ਨੂੰ ਹੈਲਪ ਕਰੇ। ਇਸ ਤਰ੍ਹਾਂ ਤੁਸੀਂ ਐਲਾਨ ਕਰੋ ਤਾਂ ਕਿ ਬੱਚਿਆਂ ਦੇ ਵਿੱਚ ਬੱਚੇ ਮੋਟੀਵੇਟ ਹੋਣ ਤੇ ਇਸ ਵੱਲ ਪ੍ਰੇਰਿਤ। ਹਾਂ, ਮੇਰ ਬੇਸਿਕਲੀ ਕਿਉਂਕਿ ਆਪਾਂ ਨੂੰ ਇਹ ਪ੍ਰੇਰਿਤ ਕਰਨ ਦੀ ਲੋੜ ਹੈਗੀ ਕਿ ਇਹਨਾਂ ਸਰਵਿਸਿਜ਼ ਆਣ ਤਾਂ ਕਿ ਉਹ ਕਿਸੇ ਨਾ ਕਿਸੇ ਤਰੀਕੇ ਕਮਿਊਨਿਟੀ ਵਾਸਤੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕੰਟਰੀਬਿਊਟ ਕਰਦੇ ਨੇ। ਬਿਲਕੁਲ, ਮੈਨੂੰ ਲੱਗਦਾ ਹੈ ਅਗਲੇ 10-15 ਸਾਲ ਤੱਕ ਕੋਈ ਸੈਕਟਰੀ ਵੀ ਕੋਈ ਨਹੀਂ ਹੋਣਾ ਆਪਣਾ ਇਸ ਦਾ ਜਿਹਦੇ ਵਿੱਚ ਸਿੱਖ ਗੁਰਸਿੱਖ ਹੋਵੇ। ਬਿਲਕੁਲ ਹੈ ਹੀ ਨਹੀਂ। ਮੇਰੇ ਉੱਤਰਾਖੰਡ ਸਰਕਾਰ ਵਿੱਚ ਕੋਈ ਨਹੀਂ ਹੋਣਾ। ਬਿਲਕੁਲ ਤੇ ਕਿਤੇ ਨਾ ਕਿਤੇ ਇੱਕ ਬੜੀ IPS ਵਿੱਚ ਵੀ ਗੈਪ ਹੈਗਾ, ਬਹੁਤ ਜ਼ਿਆਦਾ। ਤੇ ਜਦ ਸਾਡਾ ਕੋਈ ਬੰਦਾ ਕਿਸੇ ਜਗ੍ਹਾ ਤੇ ਅਹਿਮ ਅਹੁਦੇ ਤੇ ਹੈ ਹੀ ਨਹੀਂ ਤਾਂ ਉਹ ਥੋੜਾ ਜਿਹਾ ਮਤਲਬ ਕਿਤੇ ਨਾ ਕਿਤੇ ਉਹ ਲੁੱਕ ਆਫਟਰ ਕਰਦਾ ਕੌਮ ਨੂੰ, ਕਿਤੇ ਨਾ ਕਿਤੇ ਉਹਨਾਂ ਨੂੰ ਚਿੰਤਾ ਰਹਿੰਦੀ, ਨਿਆਂ ਮਿਲਦਾ ਸਭ। ਤੁਹਾਨੂੰ ਇਹਦਾ ਰੀਜ਼ਨ ਕੀ ਲੱਗਦਾ ਹੈ? ਆਖਰ ਕਿਉਂ ਨਹੀਂ ਹੈ ਗਵਰਨਮੈਂਟ ਜੌਬ ਸੈਕਟਰ ਦੇ ਵਿੱਚ ਸਾਡੇ ਬੱਚਿਆਂ ਦਾ ਰੁਝਾਨ, ਨਿਊ ਜਨਰੇਸ਼ਨ ਦਾ ਰੁਝਾਨ? ਇਹਦਾ ਤੁਹਾਨੂੰ ਕਾਰਨ ਕੀ ਲੱਗਦਾ ਹੈ? ਤੁਸੀਂ ਅਗਰ ਬਰੀਕੀ ਦੇ ਨਾਲ ਅਗਰ ਤੁਹਾਡੇ ਵਿਚਾਰ ਦੇਖੋ, ਬਰੀਕੀ ਦੇ ਨਾਲ ਤੇ ਇਹ ਕਹਾਂਗਾ ਕਿ ਦੋ ਕਾਰਨ ਹੋ ਸਕਦੇ ਨੇ। ਇੱਕ ਤਾਂ ਇੱਕ ਫੋਰਨ ਦਾ ਕੁਝ ਐਸਾ ਕਰਿਸ਼ਮਾ ਜਾਏਗਾ ਹੈ ਕਿ ਚਕਾਚੌਂਧ ਦੀ ਆਕਰਸ਼ਣ ਜਾਏਗਾ ਕਿ ਬੱਚੇ ਇੱਕ ਦੂਸਰੇ ਨੂੰ ਵੇਖਾ ਵੇਖੀ ਜਾ ਰਹੇ ਨੇ। ਦੂਸਰਾ ਇਹ ਵੀ ਕਹਿ ਸਕਨੇ ਕਿ ਆਪਾਂ ਸ਼ਾਇਦ ਮੈਰਿਟ ਵਿੱਚ ਕੰਪੀਟ ਨਹੀਂ ਕਰ ਪਾ ਰਹੇ। ਆਪਾਂ ਆਪਣੇ ਬੱਚਿਆਂ ਨੂੰ ਉਨੀ ਐਜੂਕੇਸ਼ਨ ਜਾਂ ਜਨਰਲ ਸਟੱਡੀ ਜਾਂ ਸਪੋਰਟ ਸਿਸਟਮ ਕਹਿ ਲੋ, ਅਸੀਂ ਉਹ ਨਹੀਂ ਦੇ ਪਾ ਰਹੇ ਕਿ ਉਹ ਉਸ ਜਗ੍ਹਾ ਤੇ ਪਹੁੰਚ ਸਕਣ। ਇਹ ਦੋਵੇਂ ਹੀ ਕਾਰਨ ਨੇ। ਅਗਰ ਇਹ ਕਾਰਨ ਲੱਗਦਾ ਹੈ ਤੇ ਸਾਨੂੰ ਲੱਗਦਾ ਕਿ ਜਿਹੜੇ ਸਾਡੇ ਅਦਾਰੇ ਨੇ, ਜਿਵੇਂ ਗੁਰਦੁਆਰਾ ਕਮੇਟੀ, ਨਾਨਕ ਮੱਤਾ ਸਾਹਿਬ, ਜਾਂ ਜਿਨ੍ਹਾਂ ਕੋਲ ਸੋਰਸਸ ਬੜੇ ਵੱਡੇ ਨੇ, ਉਹਨਾਂ ਵੱਲੋਂ ਕੋਈ ਪ੍ਰਯਾਸ ਕੀਤੇ ਜਾਣ ਕਿ ਜਿਹੜੀ ਇੱਕ ਘਾਟ ਹੈ, ਕਿਉਂਕਿ ਇਹ ਕੋਈ ਛੋਟੀ ਮੋਟੀ ਘਾਟ ਨਹੀਂ ਹੈ। ਅਗਰ ਗਵਰਨਮੈਂਟ ਸੈਕਟਰ ਦੇ ਵਿੱਚ ਜੋਬ ਵਿੱਚ ਸਾਡੇ ਗੁਰਸਿੱਖ ਬੱਚੇ ਨਹੀਂ ਹੈਗੇ ਤੇ ਕਿਤੇ ਨਾ ਕਿਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬੜੀ ਪ੍ਰੋਬਲਮ ਕ੍ਰੀਏਟ ਹੋਣੀ। ਮੈਂ ਤਾਂ ਕਹਾਂਗਾ ਕਿ ਹਰ ਗੁਰਦੁਆਰਾ ਪ੍ਰਬੰਧਕ ਕਮੇਟੀ, ਚਾਹੇ ਉਹ ਛੋਟੀ ਹੈ, ਚਾਹੇ ਵੱਡੀ ਹੈ, ਚਾਹੇ ਪਿੰਡ ਦੀ ਹੈ, ਚਾਹੇ ਸ਼ਹਿਰ ਦੀ ਹੈ, ਉਹਨੂੰ ਇਸ ਬਾਰੇ 'ਚ ਵਿਚਾਰ ਕਰਨਾ ਚਾਹੀਦਾ। ਜਿੰਨੇ ਵੀ ਇੰਟੈਲੈਕਚੁਅਲ ਹੈਗੇ ਨੇ, ਪੜ੍ਹੇ ਲਿਖੇ ਬੁੱਧੀਜੀਵੀ ਨੇ, ਉਹਨਾਂ ਨੂੰ ਵੀ ਬੈਠ ਕੇ ਇਹਨਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਔਰ ਆਪਣੇ ਬੱਚਿਆਂ ਨੂੰ ਕਿਵੇਂ ਮੁੱਖ ਧਾਰਾ 'ਚ, ਮੇਨ ਸਟ੍ਰੀਮ ਵਿੱਚ ਲਿਆਣਾ ਹੈਗਾ ਹੈ, ਇਸ ਬਾਰੇ ਸਾਡੀ ਇੱਕ ਪਲੈਨਿੰਗ ਹੋਣੀ ਚਾਹੀਦੀ, ਸਾਡੀ ਆਪਣੀ ਇੱਕ ਰਣਨੀਤੀ ਹੋਣੀ ਚਾਹੀਦੀ ਹੈ। ਔਰ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸ਼ੇਰ ਤਰ੍ਹਾਂ ਦੀ ਕਹਿ ਸਕਣਾ ਮੈਂ
ਕਿ ਇਸ ਇਲਾਕੇ ਦੀ ਕਿਉਂਕਿ ਅਹਿਮ ਕਮੇਟੀ ਹੈਗੀ ਹੈ ਤੇ ਇਹਨਾਂ ਤੋਂ ਵੀ ਇਹ ਡਿਊਟੀ ਬਣਦੀ ਹੈ ਕਿ ਇਸ ਬਾਰੇ ਚ ਵਿਚਾਰ ਕਰਨ। ਲੇਕਿਨ ਸਭ ਤੋਂ ਪਹਿਲੇ ਵਾਹਿਗੁਰੂ ਨੂੰ ਇਹ ਅਰਦਾਸ ਹੈਗੀ ਹੈ ਕਿ ਸਾਰੇ ਡਾਇਰੈਕਟਰ ਜਿਹੜੇ ਹੁਣ ਰਲ ਮਿਲ ਕੇ ਕੰਮ ਕਰਨ। ਪਹਿਲਾਂ ਜਦੋਂ ਡਾਇਰੈਕਟਰ ਆਪਸੀ ਲੜਾਈ ਖਤਮ ਹੋਈ ਉਸ ਤੋਂ ਬਾਅਦ ਇਹ ਕੰਮ ਹਾਂਜੀ, ਉਹ ਦੇਖੋ ਜਦੋਂ ਜਿੱਦਾਂ ਆਪਸੀ ਤਾਲਮੇਲ ਹੀ ਨਹੀਂ ਹੈ ਤੇ ਫਿਰ ਉਹ ਤਾਂ ਧਿਆਨ ਹੀ ਨਹੀਂ ਜਾ ਰਿਹਾ। ਜਦੋਂ ਵਾਤਾਵਰਣ ਹੋਏਗਾ, ਜਦੋਂ ਵਿਚਾਰ ਕਰਨ ਵਾਸਤੇ ਬੈਠਣਗੇ, ਮੇਰਾ ਮਤਲਬ ਵਿਚਾਰ ਵਿੱਚ ਬੈਠੇ ਔਰ ਲੜਾਈ ਝਗੜੇ ਤੋਂ ਔਰ ਬਹਿਸ ਦੇ ਇਲਾਵਾ ਅਗਰ ਉੱਥੇ ਹੀ ਖਤਮ ਹੋ ਜਾਣੀ ਮੀਟਿੰਗ ਤੇ ਅੱਛਾ ਕਦੀ ਦੁੱਖ ਹੁੰਦਾ ਹੈ ਵੀ ਤੁਸੀਂ ਆਏ ਹੋ ਤੇ ਸੇਵਾ ਕਰਨ ਤੇ ਆਪਸੀ ਜਦੋਂ ਬਹਿੰਦੇ ਹੋ ਆਪਸੇ ਲੜ ਪੈਂਦੇ ਨੇ ਸਾਰੇ ਡਾਇਰੈਕਟਰ। ਹਾਂ, ਬੇਸਿਕਲੀ ਛੇਤੀ ਕਮੇਟੀ ਦੀ ਬੈਠਕਾਂ ਹੋਣੀਆਂ ਚਾਹੀਦੀਆਂ ਨੇ, ਅੱਛੇ ਪ੍ਰਸਤਾਵ ਆਣੇ ਚਾਹੀਦੇ ਨੇ, ਅੱਛੇ ਔਰ ਨਾ ਕੇਵਲ ਪ੍ਰਸਤਾਵ ਆਣੇ ਚਾਹੀਦੇ ਨੇ, ਉਹਨੂੰ ਅਮਲ ਵੀ ਕਰਨਾ ਚਾਹੀਦਾ ਹੈ ਔਰ ਤਾਂ ਹੀ ਇਸ ਰਿਜ਼ਲਟ ਨਿਕਲੇਗਾ ਨਾ। ਡਾਕਟਰ ਸਾਹਿਬ ਜੀ ਇੱਕ ਚੀਜ਼ ਹੋਰ, ਸਾਡੇ ਉੱਤੇ ਤੁਹਾਡੇ ਕੋਈ ਡਾਇਰੈਕਟਰ ਨੇ ਆਰੋਪ ਬਣੇ ਨੇ ਕਿ ਅਸੀਂ ਜਿਹੜੀ ਗੁਰਦੁਆਰਾ ਨਾਨਕ ਮੱਤਾ ਕਮੇਟੀ ਦੀ ਇੱਕ ਚੀਜ਼ ਆਮ ਸੰਗਤ ਨੂੰ ਦੱਸ ਰਹੇ ਹਾਂ, ਕਿਉਂਕਿ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਸਾਡੀ ਬੜੀ ਮੁਹਿੰਮ ਰਹੀ। ਪਿਛਲੀ ਜਿਹੜੀ ਕਮੇਟੀ ਸੀ ਉਹਦੇ ਲਈ ਵੀ ਅਸੀਂ ਇੱਕ ਚੀਜ਼ ਅਪਡੇਟ ਜਿਹੜੀ ਹੈ ਸੰਗਤ ਦੇ ਘਰ ਘਰ ਦੇ ਵਿੱਚ ਪਹੁੰਚਾਈ। ਵਿਦੇਸ਼ਾਂ ਤੋਂ ਸਾਨੂੰ ਬੜਾ ਅਪਰੀਸ਼ੀਏਟ ਕੀਤਾ ਗਿਆ, ਨਿਊਜ਼ੀਲੈਂਡ ਤੋਂ ਸਾਨੂੰ ਕਾਲ ਆਈਆਂ ਕਿ ਅਸੀਂ ਤੁਹਾਨੂੰ ਇੱਥੇ ਆ ਕੇ ਸਨਮਾਨਿਤ ਕਰਨਾ ਹੈ। ਆਮ ਸੰਗਤ ਬਹੁਤ ਖੁਸ਼ ਹੈ, ਲੇਕਿਨ ਡਾਇਰੈਕਟਰਾਂ ਨੂੰ ਕਿਉਂ ਲੱਗਦਾ ਹੈ ਕਿ ਅਸੀਂ ਗੁਰਦੁਆਰਾ ਨਾਨਕ ਮੱਤਾ ਕਮੇਟੀ ਛਵੀ ਖਰਾਬ ਕਰ ਰਹੇ ਹਾਂ? ਇਹ ਮਤਲਬ ਤੁਹਾਨੂੰ ਕੀ ਲੱਗਦਾ ਅਸੀਂ ਛਵੀ ਖਰਾਬ ਕਰ ਰਹੇ ਹਾਂ? ਨਹੀਂ, ਮੈਂ ਇਹ ਨਹੀਂ ਕਹਿੰਦਾ। ਦੇਖੋ, ਤੁਸੀਂ ਤੁਹਾਡਾ ਕੰਮ ਹੈਗਾ ਸੰਗਤ ਨੂੰ ਹਰ ਚੀਜ਼ ਦੀ ਜਾਣਕਾਰੀ ਹੋਵੇ, ਖਾਸ ਤੌਰ ਤੇ ਜਦ ਕੋਈ ਸੰਸਥਾ ਵਿਗੜੀ ਹੋਈ ਹੈ ਉਹਨੂੰ ਜਾਣਕਾਰੀ ਹੋਵੇਗੀ ਕਿਉਂ ਵਿਗੜੀ ਹੋਈ ਹੈ, ਕਿਸ ਚੀਜ਼ ਦਾ ਝਗੜਾ ਹੈਗਾ। ਸੰਗਤ ਨੂੰ ਇਹ ਜਾਣਨ ਦਾ ਹੱਕ ਹੈਗਾ ਔਰ ਤੁਸੀਂ ਆਪਣੀ ਡਿਊਟੀ ਬੜੀ ਬਖੂਬੀ ਨਿਭਾ ਰਹੇ ਹੋ। ਔਰ ਇਹ ਮੇਰੇ ਕੋਲ ਵੀ ਫੋਨ ਆਉਂਦੇ ਨੇ, ਕਈ ਲੋਕ ਤਾਂ ਕਹਿੰਦੇ ਨੇ ਤੁਸੀਂ ਇਨਕਮ ਦਾ ਹਿਸਾਬ ਕਿਤਾਬ ਕਿਉਂ ਦਿੱਤਾ, ਸੰਗਤ ਨੂੰ ਕਿਉਂ ਦੱਸਿਆ ਹੈ? ਅੱਛਾ, ਇਸ ਤਰ੍ਹਾਂ ਦੀ ਮੈਂ ਸਾਰੀ ਗੱਲਾਂ ਨਹੀਂ ਖੋਲ ਸਕਦਾ, ਲੇਕਿਨ ਠੀਕ ਹੈਗਾ ਹੈ, ਸੰਗਤ ਨੂੰ ਦੇਖੋ ਜਾਣਨ ਦਾ ਪੂਰਾ ਅਧਿਕਾਰ ਹੈਗਾ ਹੈ। ਇਹ ਜ਼ਰੂਰ ਹੈਗਾ ਕਿ ਇਹਨੂੰ ਥੋੜਾ ਸਾਵਧਾਨੀ ਨਾਲ ਆਪਾਂ ਦੇਣਾ ਹੈ ਕਿ ਤਾਂ ਕਿ ਜਿਹੜੀ ਆਪਣੀ ਹੋਰ ਸੰਗਤ ਹੈਗੀ ਉਹਨਾਂ ਵਿੱਚ ਕੋਈ ਹੋਰ ਮੈਸੇਜ ਨਾ ਜਾਣ। ਸਾਡੀ ਘਰ ਦੀ ਲੜਾਈਆਂ ਜਿਹੜੀ ਘਰ ਵਿੱਚ ਮੁੱਕ ਜਾਣ ਸਭ ਤੋਂ ਅੱਛਾ ਹੈਗਾ। ਆਪਣੀ ਕੋਸ਼ਿਸ਼ ਵੀ ਇਹ ਹੋਣੀ ਚਾਹੀਦੀ ਹੈ ਕਿ ਕਿਸੇ ਤਰੀਕੇ ਆਪਣੀ ਲੜਾਈਆਂ ਖਤਮ ਹੋਣ ਤੇ ਗੱਲਾਂ ਜਿਹੜੀ ਘਰ ਦੇ ਅੰਦਰ ਰਹਿਣ। ਇਸ ਕਾਰਨ ਥੋੜਾ ਜਿਹਾ ਸਾਵਧਾਨ ਰਹਿਣ ਦੀ ਲੋੜ ਹੈਗੀ ਹੈ, ਕਿਉਂਕਿ ਬਾਕੀ ਵੀ ਹਿੰਦੁਸਤਾਨ ਇੰਡੀਆ ਵਿੱਚ ਜਿਹੜੀ ਪੋਲਿਟਿਕਸ ਹੈਗੀ ਹੈ ਉਹਦੇ ਵਿੱਚ ਆਪਾਂ ਆਪਣੇ ਸਟੈਂਡ ਨੂੰ ਵੀ ਦੇਖਣਾ, ਆਪਣੀ ਕਮਿਊਨਿਟੀ ਤੇ ਕੌਮ ਨੂੰ ਵੀ ਦੇਖਣਾ ਹੈ। ਜੀ ਬਿਲਕੁਲ ਜੀ, ਤੇ ਇਸ ਚੀਜ਼ ਨੂੰ ਸਾਵਧਾਨੀ ਰੱਖਣਾ ਚਾਹੀਦਾ ਹੈ, ਪਰ ਸੰਗਤ ਨੂੰ ਹਰ ਚੀਜ਼ ਜਾਣਨ ਦਾ ਅਧਿਕਾਰ ਹੈ, ਹੱਕ ਹੈ, ਰਾਈਟ ਹੈ ਔਰ ਅਸੀਂ ਜਵਾਬਦੇਹ ਹੈਗੇ ਹਾਂ। ਸਾਡੇ ਤੋਂ ਪੁੱਛਣ ਦਾ ਵੀ ਅਧਿਕਾਰ ਹੈ, ਸਾਡੇ ਕੰਨ ਖਿੱਚਣ ਦਾ ਵੀ ਅਧਿਕਾਰ ਹੈ। ਬਿਲਕੁਲ ਜੀ। ਡਾਕਟਰ ਸਾਹਿਬ ਦੀ ਜਿਹੜੀ ਇਹ ਨਿਮਾਣਾਪਨ ਅਧਿਕਸ਼ ਸਾਹਿਬ ਦਾ, ਕਿਉਂਕਿ ਸਾਡੀ ਇੱਕ ਇੱਕ ਗੱਲ ਦਾ ਜਵਾਬ ਜਿਹੜਾ ਬਿਨਾਂ ਲਾਗ ਲਪੇਟ ਦੇ ਜਿਹੜੇ ਵੀ ਸਵਾਲ ਅਸੀਂ ਕਰ ਰਹੇ ਹਾਂ, ਜਿਹੜੇ ਆਮ ਚਰਚਾ ਵਿੱਚ ਹੁੰਦੇ ਨੇ, ਸਾਨੂੰ ਕਦੀ ਇਹਨਾਂ ਨੇ ਨਾ ਨੁਕਰ ਨਹੀਂ ਕੀਤੀ ਤੇ ਤੁਰੰਤ ਜਵਾਬ ਦਿੱਤੇ ਨੇ। ਹਾਲਾਂਕਿ ਕੁਝ ਡਾਇਰੈਕਟਰ ਦੇ ਵਿੱਚ ਇੰਨੀ ਹਿੰਮਤ ਨਹੀਂ ਆਈ ਕਿ ਸਾਡੇ ਸਾਰੇ ਸਵਾਲਾਂ ਦਾ ਜਵਾਬ ਦੇ ਸਕਣ। ਕਈ ਵਾਰ ਅਸੀਂ ਕੋਸ਼ਿਸ਼ ਕੀਤੀ ਹੈ। ਤੁਸੀਂ ਜਰੂਰ ਇਹਦੇ ਵਿੱਚ ਕਮੈਂਟ ਕਰਦੇ ਆ ਜੇ ਸਾਡੀ ਇਸ ਮੁਹਿੰਮ ਦੇ ਨਾਲ ਕਿ ਅਸੀਂ ਗੁਰਦੁਆਰਾ ਨਾਨਕ ਮੱਤਾ ਕਮੇਟੀ ਛਵੀ ਖਰਾਬ ਕਰ ਰਹੇ ਹਾਂ, ਜਿਹੜੀ ਅਸੀਂ ਇੱਕ ਗੱਲ ਦੱਸਣ ਦੀ ਸੰਗਤ ਨੂੰ ਕੋਸ਼ਿਸ਼ ਕਰਦੇ ਹਾਂ। ਤੁਹਾਡੇ ਕਮੈਂਟ ਜਿਹੜੇ, ਤੁਹਾਡੇ ਵਿਚਾਰ ਜਿਹੜੇ ਨੇ ਉਹ ਬਹੁਤ ਜ਼ਰੂਰੀ ਨੇ। ਡਾਕਟਰ ਸਾਹਿਬ ਜੀ, ਜਾਂਦੇ ਜਾਂਦੇ ਕੋਈ ਪੋਜ਼ਿਟਿਵ ਮੈਸੇਜ ਸੰਗਤ ਸੁਣਨਾ ਚਾਹੁੰਦੀ ਹੈ, ਕਿਉਂਕਿ ਜਦੋਂ ਦੇ ਵਿਵਾਦ ਉੱਠ ਰਹੇ ਨੇ ਸੰਗਤ ਦੇ ਵਿੱਚ ਚਿੰਤਾ ਹੈ, ਚਿੰਤਾ ਲਾਜ਼ਮੀ ਹੈ, ਕਿਉਂਕਿ ਇੰਨੇ ਵੱਡੇ ਗੁਰੂ ਘਰ ਤੋਂ ਜਦੋਂ ਇਸ ਤਰ੍ਹਾਂ ਦੀ ਖਬਰਾਂ ਉੱਠਦੀਆਂ ਨੇ ਤੇ ਸਵਾਲ ਲਾਜ਼ਮੀ ਬਣ ਜਾਂਦੇ ਨੇ। ਕੀ ਸੁਣਿਆ, ਕੀ ਮੈਸੇਜ ਦੇਣਾ ਚਾਹੁੰਦੇ? ਦੇਖੋ, ਮੈਂ ਦੋ ਮੈਸੇਜ ਦਿਆਂਗਾ। ਇੱਕ ਤਾਂ ਆਪਣੇ ਡਾਇਰੈਕਟਰਾਂ ਨੂੰ ਦਿਆਂਗਾ ਕਿ ਸਾਰੇ ਇਸ ਚੀਜ਼ ਦਾ ਧਿਆਨ ਰੱਖਣ ਕਿ ਸਾਨੂੰ ਸੰਗਤ ਨੇ ਜਿਸ ਕੰਮ ਵਾਸਤੇ ਭੇਜਿਆ ਹੈ ਉਹ ਹਮੇਸ਼ਾ ਰੋਜ਼ ਇੱਕ ਵਾਰੀ ਮਨਨ ਕਰ ਲੈਣ, ਸੋਚ ਲੈਣ ਕਿ ਆਪਾਂ ਉਹੀ ਕੰਮ ਕਰ ਰਹੇ ਹਾਂ, ਆਪਾਂ ਉਸ ਤੋਂ ਹਟ ਤਾਂ ਨਹੀਂ ਰਹੇ ਤੇ ਆਪਾਂ ਗੁਰੂ ਘਰ ਦੀ ਸੇਵਾ ਵਾਸਤੇ ਹੀ ਕੰਮ ਕਰ ਰਹੇ ਹਾਂ ਕਿ ਨਹੀਂ ਕਰ ਰਹੇ, ਆਪਣੇ ਆਪ ਸਾਰੇ ਜਵਾਬ ਮਿਲ ਜਾਣਗੇ। ਦੂਸਰਾ, ਸੰਗਤ ਨੂੰ ਵੀ ਇਹ ਜਾਣਨ ਦਾ ਅਧਿਕਾਰ ਹੈ, ਮੈਂ ਵੀ ਉੱਤਰਦਾਈ ਹੈਗਾ, ਸਾਰਿਆਂ ਨੂੰ ਮਿਲ ਕੇ ਉੱਤਰਦਾਈ ਹੈਗੇ। ਸੰਗਤ ਜ਼ਰੂਰ ਪੁੱਛਿਆ ਕਰੇ ਕਿ ਸਾਡੇ ਡਾਇਰੈਕਟਰ ਉੱਤੇ ਕੀ ਕਰ ਰਹੇ ਨੇ। ਇਹਦਾ ਮਤਲਬ ਜਿਹੜੇ ਡਾਇਰੈਕਟਰ ਨਵੀਨੀਕਰਨ ਸਾਈਨ ਨਹੀਂ ਕਰ ਰਹੇ, ਸੰਗਤ ਨੂੰ ਉਹਨਾਂ ਨੂੰ ਪੁੱਛਣਾ ਚਾਹੀਦਾ, ਸਵਾਲ ਕਰਨੇ ਚਾਹੀਦੇ ਨੇ। ਹਾਂਜੀ, ਜਿਹੜੇ ਨਹੀਂ ਸਾਈਨ ਕਰ ਰਹੇ ਉਹਨਾਂ ਤੋਂ ਵੀ ਪੁੱਛਣਾ ਚਾਹੀਦਾ, ਜਿਹੜੇ ਸਾਈਨ ਕਰ ਰਹੇ ਨੇ ਉਹ ਵੀ ਕਿਹੜਾ ਕੰਮ ਸਹੀ ਕਰ ਰਹੇ ਨੇ, ਕਿਹੜਾ ਗਲਤ ਕਰ ਰਹੇ ਨੇ, ਉੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਸੰਗਤ ਨੂੰ ਜਾਣਨ ਦਾ ਪੂਰਾ ਅਧਿਕਾਰ ਹੈ। ਔਰ ਇਹ ਡੈਮੋਕ੍ਰੈਟਿਕ ਸਿਸਟਮ ਜਿਹੜਾ ਇਲੈਕਸ਼ਨ ਨਾਲ ਜਿਹੜੇ ਬਣਾਏ ਜਾਂਦੇ ਨੇ, ਇਹਦਾ ਮਤਲਬ ਵੀ ਹੈ, ਇਹਦਾ ਅਰਥ ਵੀ ਹੈ, ਇਹ ਨਹੀਂ ਕਿ ਇੱਕ ਵਾਰੀ ਜਿਹੜਾ ਚੁਣਿਆ ਗਿਆ ਉਹ ਰੱਬ ਦਾ ਰੂਪ ਹੋ ਗਿਆ ਤੇ ਉਸ ਤੋਂ ਬਾਅਦ ਕਿਸੇ ਵਾਸਤੇ ਜਵਾਬਦੇਹੀ ਨਹੀਂ ਹੈਗੀ। ਹਮੇਸ਼ਾ ਜਵਾਬਦੇਹੀ ਆਖਰੀ ਦਿਨ ਤੱਕ ਰਹਿਣੀ ਚਾਹੀਦੀ ਹੈ ਔਰ ਗੁਰੂ ਘਰ ਦੀ ਸੇਵਾ ਸੱਚੇ ਮਨ ਨਾਲ, ਸੱਚੀ ਨਿਸ਼ਠਾ ਨਾਲ ਔਰ ਜਿਸ ਕੰਮ ਵਾਸਤੇ ਭੇਜਿਆ ਗਿਆ ਉਸ ਕੰਮ ਵਾਸਤੇ ਸਮਰਪਿਤ ਰਹਿਣਾ ਚਾਹੀਦਾ। ਸੋ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਜੁੜੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਨਾਨਕ ਮੱਤਾ ਸਾਹਿਬ ਜੀ ਦੇ ਅਧਿਕਸ਼ ਪੂਰਵ IAS ਆਫੀਸਰ ਜਿਹੜੇ ਨੇ ਡਾਕਟਰ ਹਰਬੰਸ ਸਿੰਘ ਚੁੱਪ ਸਾਹਿਬ ਜੀ। ਸਾਡੇ ਕਈ ਸਵਾਲ ਸੀ, ਖੁੱਲ ਕੇ ਜਵਾਬ ਦਿੱਤੇ ਨੇ। ਅਫਵਾਹਾਂ ਇਹ ਵੀ ਉੱਡ ਰਹੀਆਂ ਨੇ 1 ਸਾਲ ਤੋਂ ਬਾਅਦ ਇਹਨਾਂ ਨੂੰ ਹਟਾ ਦਿੱਤਾ ਜਾਏਗਾ, ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ।
ਕਿਹਾ ਸਾਨੂੰ ਕੋਈ ਪਰਵਾਹ ਨਹੀਂ, ਜਦੋਂ ਤੱਕ ਗੁਰੂ ਘਰ ਦੀ ਸੇਵਾ ਮਿਲੀ ਹੈ ਕਰਦੇ ਰਹਾਂਗੇ, ਨਹੀਂ ਅਹੁਦਾ ਮਿਲੇਗਾ ਤਾਂ ਉਸ ਤਰ੍ਹਾਂ ਕਰਨਗੇ। ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸੰਗਤ ਦੇ ਸਾਹਮਣੇ ਆ ਕੇ ਇੱਕ ਇੱਕ ਗੱਲ ਜਿਹੜੀ ਏ ਉਹ ਰੱਖੀ। ਡਾਕਟਰ ਸਾਹਿਬ ਜੀ, ਉਮੀਦ ਜਤਾਉਂਦੇ ਆ ਤੁਸੀਂ ਅੱਗੇ ਵੀ ਸਾਨੂੰ ਜਦੋਂ ਲੋੜ ਪੈਗੀ ਤੁਸੀਂ ਇਸ ਤਰ੍ਹਾਂ ਖੁੱਲਾ ਸਮਾਂ ਦੋਗੇ। ਹਾਜ਼ਰ ਦਾਸ ਹਾਜ਼ਰ ਹੈ, ਜਦੋਂ ਤੁਸੀਂ ਪਕੜਨਾ ਚਾਹੋ ਜਿੱਥੇ ਮਰਜ਼ੀ ਪਕੜ ਲਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਆਪਣੇ ਵਿਚਾਰ ਇਹਦੇ ਵਿੱਚ ਜਰੂਰ ਪਾ ਦਿਆ ਜੇ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਮੱਤਾ ਸਾਹਿਬ ਵਿਖੇ ਜਿਹੜੇ ਵਿਵਾਦ ਚੱਲ ਰਹੇ ਨੇ ਤੇ ਡਾਕਟਰ ਸਾਹਿਬ ਦੇ ਬਾਰੇ, ਕਾਰਜਕਾਲ ਬਾਰੇ ਆਪਣੀ ਰਾਏ ਇਹਦੇ ਵਿੱਚ ਜਰੂਰ ਪਾ ਦਿਆ ਜੇ। ਹਰਵਿੰਦਰ ਸਿੰਘ ਚਾਵਲਾ ਨੂੰ ਹੁਣ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।